ਜਾਂਚ ਕਮਿਸ਼ਨ ਜਿੰਨੇ ਮਰਜ਼ੀ ਬਿਠਾ ਲਓ, ਪਰ ਜੇ ਐਡਵੋਕੇਟ ਜਨਰਲ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਜਾਂ ਪੰਜਾਬ ਸਰਕਾਰ ਦਾ ਕੇਸ ਨੂੰ ਚੰਗੀ ਤਰ੍ਹਾਂ ਉਸਦੀ ਪੈਰਵਾਈ ਨਹੀਂ ਕਰਦਾ ਤੇ ਫਿਰ ਹੋਣਾ ਕੀ ਹੈ। ਜਿਹੜੀਆਂ ਗੱਲਾਂ ਕਰਕੇ ਅਸੀਂ ਕੈਪਟਨ ਦੇ ਖਿਲਾਫ ਕੇਸ ਤਿਆਰ ਕੀਤਾ ਸੀ, ਉਹੀ ਕੰਮ ਤੇ ਫੇਰ ਹੋਣ ਲੱਗ ਪਏ। ਜੇ ਐਡਵੋਕੇਟ ਜਨਰਲ ਜਿਹੜਾ ਵਿਅਕਤੀ ਹੁਣ ਲਾਇਆ ਜਾਵੇਗਾ, ਕੀ ਉਹ ਵਿਅਕਤੀ ਸਿੱਧੂ ਦੀ ਮਰਜ਼ੀ ਦਾ ਲੱਗੇਗਾ ਜਾਂ ਚਰਨਜੀਤ ਸਿੰਘ ਚੰਨੀ ਦੀ ਮਰਜ਼ੀ ਦਾ ਲੱਗੇਗਾ ਜਾਂ ਕੈਪਟਨ ਦੇ ਹਮਾਇਤੀਆਂ ਦੀ ਜਾਂ ਅਕਾਲੀ ਦਲ ਦੀ ਮਰਜ਼ੀ ਦਾ ਲੱਗੇਗਾ। ਤੇ ਫੰਡ ਚਾਹੇ ਉਹਨਾਂ ਨੂੰ ਖਪਤਕਾਰ ਦੇ ਦੇਵੇ ਤੇ ਚਾਹੇ ਸਰਕਾਰ ਦੇ ਦੇਵੇ, ਰੇਟ ਵੀ ਸਰਕਾਰ ਨੇ ਤੈਅ ਕਰਨਾ ਹੁੰਦਾ। ਹੁਣ ਸਰਕਾਰ ਕਿੱਥੋਂ ਦਿੰਦੀ ਹੈ, ਕਿਵੇਂ ਦਿੰਦੀ ਹੈ, ਕੀ ਇਹ ਖਾਲੀ ਖਜ਼ਾਨਾ ਜਿਸ ਦਾ ਰੌਲਾ ਇੰਨੇ ਸਾਲ ਪੈਂਦਾ ਰਿਹਾ, ਕੀ ਇਸ ਖਜ਼ਾਨੇ ਦੇ ਵਿੱਚ ਕੁਝ ਆ ਗਿਆ ਇਹੋ ਜਿਹਾ? ਖਪਤਕਾਰ ਲਈ ਤੇ ਆਮ ਲੋਕਾਂ ਲਈ ਤੇ ਰਾਹਤ ਦੀ ਖਬਰ ਹੈ ਕਿ ਬਿਜਲੀ ਦਾ ਬਿੱਲ ਮਾਫ ਹੋਵੇਗਾ, ਪਰ ਸਰਕਾਰ ਕਿੱਥੋਂ ਲਿਆਏਗੀ? ਸਰਕਾਰ ਦੇ ਵਿੱਚ ਰਹਿੰਦੇ ਹੋਏ ਜੋ ਕੰਮ ਅਕਾਲੀਆਂ ਨੇ ਜਾਂ ਕਾਂਗਰਸੀਆਂ ਨੇ ਪਿਛਲੇ ਸਾਲਾਂ ਵਿੱਚ ਕੀਤਾ ਹੈ, ਇਹ ਜਵਾਬਦੇਹ ਕੌਣ ਹੈ ਉਸ ਦਾ? ਪਾਰਟੀ ਜਦ ਕਿ ਇੱਕੋ ਹੀ ਹੈ, ਚੋਣ ਨਿਸ਼ਾਨ ਵੀ ਇੱਕੋ ਹੀ ਹੈ, ਸਭ ਕੁਝ ਇੱਕ ਹੈ, ਤੇ ਉਹਨਾਂ ਦੇ ਸੰਵਿਧਾਨ ਤੋਂ ਕਿਉਂ ਵੱਖ-ਵੱਖ ਨੇ? ਸੁਨੀਲ ਜਾਖੜ ਨੇ ਜਿਹੜੇ ਉਸ ਵੇਲੇ ਉੱਥੇ ਗੱਲਾਂ ਕੀਤੀਆਂ, ਉਹ ਉਹਨਾਂ ਦੀ ਫਰਸਟ੍ਰੇਸ਼ਨ ਦੇ ਤੌਰ ਤੇ ਵਿਖੀਆਂ ਗਈਆਂ। ਨਵਜੋਤ ਸਿੰਘ ਸਿੱਧੂ ਨੇ ਵਿਅਕਤੀਗਤ ਮੁੱਦਿਆਂ ਤੇ ਨਹੀਂ ਗੱਲ ਕੀਤੀ ਤੇ ਜ਼ਿਆਦਾ ਸੂਈ ਜਿਹੜੀ ਸੀ ਉਹ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਾਰਜਕਾਰੀ ਤੇ। ਉਹਨਾਂ ਦੁਆਰਾ ਲਗਾਈ ਗਈ ਐਮਰਜੈਂਸੀ ਦਾ ਜਵਾਬ ਕਾਂਗਰਸ ਪਾਰਟੀ ਅੱਜ ਤੱਕ ਦੇ ਨਹੀਂ ਸਕੀ। ਇਸ ਨੂੰ ਭਾਰਤ ਦੇ ਲੋਕਤੰਤਰ ਦੇ ਸਭ ਤੋਂ ਕਾਲੇ ਦਿਨਾਂ ਵਜੋਂ ਅੱਜ ਵੀ ਯਾਦ ਕੀਤਾ ਜਾਂਦਾ ਹੈ। ਵਿਡੋ ਕਲੋਨੀ ਹੈ, ਉਹ ਇਲਾਕੇ ਨੇ ਜਿੱਥੇ ਅੱਜ ਵੀ ਉਹ ਪਰਿਵਾਰ ਰਹਿ ਰਹੇ ਨੇ, ਇਹਨਾਂ ਦੇ ਸਾਹਮਣੇ ਸਾਰਾ ਕੁਝ ਉਜੜ ਗਿਆ। ਉਸ ਦੀਆਂ ਚੀਸਾਂ ਬਰਕਰਾਰ ਨੇ, ਜ਼ਖਮ ਬਰਕਰਾਰ ਨੇ। ਇਹ ਜ਼ਖਮਾਂ ਤੇ ਲੂਣ ਫੂਕਣ ਦਾ ਕੰਮ ਕਾਂਗਰਸ ਕਿਉਂ ਨਹੀਂ ਬਾਰ-ਬਾਰ ਬੰਦ ਕਰਦੀ? ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ। ਪੰਜਾਬ ਦੇ ਐਡਵੋਕੇਟ ਜਨਰਲ APS ਦਿਓਲ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਤੇ ਇਸ ਬਾਰੇ ਅਸੀਂ ਵਿਸਥਾਰ ਨਾਲ ਚਰਚਾ ਕਰਾਂਗੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਦੇ ਬਕਾਇਆ ਬਿੱਲ ਮਾਫ ਕਰ ਦਿੱਤੇ ਗਏ ਨੇ ਤੇ ਆਖਿਰ ਇਸ ਮਾਫੀ ਦਾ ਫਾਇਦਾ ਹੋਵੇਗਾ ਕਿਸ ਨੂੰ? ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ, ਉਹਨਾਂ ਨੂੰ ਪੇਸ਼ੀ ਲਈ ਅਦਾਲਤ ਜਾਣਾ ਪੈ ਸਕਦਾ ਹੈ ਤੇ ਪਰ ਕੀ ਹੋਣਗੇ ਕਾਰਨ? ਇਹਨਾਂ ਤੇ ਕੁਝ ਹੋਰ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਜੀ ਸਾਡੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਗੱਲ ਕਰ ਲਈਏ, ਅੱਜ ਪੰਜਾਬ ਦੀ ਰਾਜਨੀਤੀ ਇੱਕ ਵਾਰ ਫਿਰ ਤੋਂ ਗਰਮਾ ਗਈ ਹੈ ਜਦੋਂ ਨਵਜੋਤ ਸਿੰਘ ਸਿੱਧੂ ਕਾਫੀ ਖੁਸ਼ ਨਜ਼ਰ ਆਣਗੇ ਕਿਉਂਕਿ ਉਹ ਕਹਿੰਦੇ ਸੀ ਮੈਂ ਮੁੱਦਿਆਂ ਦੀ ਰਾਜਨੀਤੀ ਕਰਦਾ ਹਾਂ ਤੇ ਅੱਜ ਇੱਕ ਉਹ ਮੁੱਦਾ ਜਿਸ ਨੂੰ ਲੈ ਕੇ ਉਹ ਕਾਫੀ ਨਾਰਾਜ਼ ਚੱਲ ਰਹੇ ਸੀ ਪਿਛਲੇ ਕੁਝ ਦਿਨਾਂ ਤੋਂ, ਅੱਜ ਉਹ ਹੱਲ ਹੋਇਆ ਨਜ਼ਰ ਆ ਰਿਹਾ ਹੈ। ਐਡਵੋਕੇਟ ਜਨਰਲ APS ਦਿਓਲ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਅਸਤੀਫਾ ਲਿਆ ਗਿਆ ਕਿ ਦਿੱਤਾ ਗਿਆ? ਦੇਖੋ, ਗੱਲ ਇਹ ਹੈ ਜੀ, ਹਾਲਾਤ ਇਹੋ ਜਿਹੇ ਬਣ ਗਏ ਸਨ ਜੀ ਕਿ ਉਹਨਾਂ ਨੂੰ ਅਸਤੀਫਾ ਹੁਣ ਦੇਣਾ ਹੀ ਪੈਣਾ ਸੀ ਜੀ। ਪਹਿਲਾਂ ਤਾਂ ਜਦੋਂ ਉਹਨਾਂ ਦੀ ਨਿਯੁਕਤੀ ਹੁੰਦੀ ਆ, ਅਤੁਲ ਨੰਦਾ ਤੇ ਜ਼ਿਆਦਾ ਜਿਹੜਾ ਸੀ ਸਾਰਾ ਗੁੱਸਾ ਜਿਹੜਾ ਸੀ ਨਵਜੋਤ ਸਿੰਘ ਸਿੱਧੂ ਦਾ ਨਿਕਲਦਾ ਸੀ। ਸਾਰਾ ਕੇਸ ਜਿਹੜਾ ਸੀ ਉਹ ਬੇਅਦਬੀ ਕਾਂਡ ਤੇ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੇ ਦੁਆਲੇ ਉਹਨਾਂ ਨੇ ਬਿਲਡਅਪ ਕੀਤਾ ਕਿ ਦੇਖੋ ਆਹ ਕਿਸ ਤਰ੍ਹਾਂ ਹੋਇਆ ਤੇ ਇੱਥੇ ਜਾਂਚ ਪ੍ਰੋਪਰ ਨਹੀਂ ਹੋਈ ਤੇ ਸਰਕਾਰ ਦੀਆਂ ਫਾਈਲਾਂ ਜਿਹੜੀਆਂ ਦੱਬੀਆਂ ਰਹਿ ਗਈਆਂ ਤੇ ਰਿਪੋਰਟਾਂ ਜਿਹੜੀਆਂ ਸੀ ਉਹ ਕਿਸੇ ਨੇ ਉਹਨਾਂ ਨੂੰ ਖੋਲ੍ਹ ਕੇ ਤੱਕ ਨਹੀਂ ਦੇਖਿਆ। ਤੇ ਜਾਂਚ ਕਮਿਸ਼ਨ ਜਿੰਨੇ ਮਰਜ਼ੀ ਬਿਠਾ ਲਓ, ਪਰ ਜੇ ਐਡਵੋਕੇਟ ਜਨਰਲ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਜਾਂ ਪੰਜਾਬ ਸਰਕਾਰ ਦਾ ਕੇਸ ਨੂੰ ਚੰਗੀ ਤਰ੍ਹਾਂ ਉਸਦੀ ਪੈਰਵਾਈ ਨਹੀਂ ਕਰਦਾ ਤੇ ਫਿਰ ਹੋਣਾ ਕੀ ਹੈ। ਅਤੁਲ ਨੰਦਾ ਵੀ ਪਾਸੇ ਹੋ ਗਏ, ਉਹਨਾਂ ਦੀ ਪਤਨੀ ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ, ਐਡੀਸ਼ਨਲ ਐਡਵੋਕੇਟ ਜਨਰਲ ਸੀ। ਉਹ ਦੋਵੇਂ ਜਦੋਂ ਵੱਖ ਹੋ ਗਏ ਤੇ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਨਾਲ ਇਹ ਉਹਨਾਂ ਨੂੰ ਜਾਣਾ ਹੀ ਪੈਣਾ ਸੀ। ਅਤੁਲ ਨੰਦਾ ਨੂੰ ਵੀ ਜਾਣਾ ਪੈਣਾ ਸੀ ਤੇ DGP ਨੂੰ ਵੀ ਜਾਣਾ ਪੈਣਾ ਸੀ। ਹੁਣ ਉਸ ਤੋਂ ਬਾਅਦ ਕੀ ਸਥਿਤੀ ਬਣਦੀ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਸਾਰਾ ਜ਼ੋਰ ਲਾਉਣ ਨਾਲ ਸਾਰੀ ਸਿਆਸੀ ਹਿਲਜੁਲ ਹੋਈ ਹੈ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ ਤੇ ਐਡਵੋਕੇਟ ਜਨਰਲ ਜਿਹੜਾ APS ਦਿਓਲ ਨੂੰ ਲਾ ਦਿੱਤਾ ਜਾਂਦਾ ਹੈ। APS ਦਿਓਲ ਜਿਹੜੇ ਨੇ ਉਹ ਪਹਿਲਾਂ ਸੁਮੇਧ ਸੈਣੀ ਤੇ ਪਰਮਰਾਜ ਉਮਰਾ ਨੰਗਲ ਦੀ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ ਉਹਨਾਂ ਦੇ ਤਰਫੋਂ ਕੇਸ ਦੀ ਪੈਰਵਾਈ ਕਰ ਚੁੱਕੇ ਨੇ। ਵਕੀਲ ਨੇ ਉਹਨਾਂ ਨੇ ਵਕਾਲਤ ਆਪਣੀ ਇਸ ਮੁੱਦੇ ਤੇ ਉਹਨਾਂ ਨੇ ਕਾਫੀ ਜ਼ਿਆਦਾ ਸਟਰੋਂਗਲੀ ਕੀਤੀ ਹੈ ਤੇ ਬਲੈਂਕਟ ਬੇਲ ਜਿਹੜੀ ਹੈ ਸੁਮੇਧ ਸਿੰਘ ਸੈਣੀ ਨੂੰ ਲੈ ਕੇ ਦਿੱਤੀ ਹੈ।
ਕਿ ਭਾਈ ਉਹਨਾਂ ਨੂੰ ਸਿੱਝੇ ਕੀਤੇ ਉਹਨਾਂ ਦੀ ਗ੍ਰਿਫਤਾਰੀ ਇਸ ਸਮੇਂ ਤੱਕ ਨਹੀਂ ਹੋ ਸਕਦੀ। ਜੀ। ਹੁਣ ਏਪੀਐਸ ਦਿਓਲ ਨੇ ਇਹ ਮਾਰਕਾ ਤੇ ਸੁਮੇਧ ਸੈਣੀ ਦੇ ਵਕੀਲ ਹੁੰਦਿਆਂ ਮਾਰ ਲਿਆ ਸੀ। ਫਿਰ ਉਹਨਾਂ ਨੂੰ ਐਡਵੋਕੇਟ ਜਨਰਲ ਲਾਉਣਾ ਜਿਹੜਾ ਸੀ ਪਹਿਲੇ ਦਿਨ ਤੋਂ ਵਿਵਾਦਾਂ ਦੇ ਘੇਰੇ ਵਿੱਚ ਇਸ ਕਰਕੇ ਆ ਗਿਆ ਕਿਉਂਕਿ ਇਹੋ ਹੀ ਤਾਂ 2-3 ਕੇਸ ਸਨ ਜਿਨ੍ਹਾਂ ਦੀ ਪੈਰਵਾਈ ਪੰਜਾਬ ਸਰਕਾਰ ਨੇ ਕਰਨੀ ਸੀ, ਕਰਵਾਉਣੀ ਸੀ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਸੀ, ਉਹਨਾਂ ਨੂੰ ਕਟਹਿਰੇ ਤੱਕ ਲੈ ਕੇ ਜਾਣਾ ਸੀ ਤੇ ਗੋਲੀ ਕਾਂਡ ਜਿੱਥੇ ਅਣਪਛਾਤੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕੇਸ ਦਰਜ ਹੋਇਆ ਸੀ ਉਹਨਾਂ ਕੇਸਾਂ ਦੀ ਜਾਂਚ ਹੋਣੀ ਸੀ। ਹੁਣ ਉਸ ਕੇਸ ਦੇ ਵਿੱਚ ਕੌਣ ਫਸਦਾ ਸੀ, ਕਿਵੇਂ ਫਸਦਾ ਸੀ? ਏਪੀਐਸ ਦਿਓਲ ਦੀ ਨਿਯੁਕਤੀ ਤੇ ਇਸ ਕਰਕੇ ਤਕਨੀਕੀ ਤੌਰ ਤੇ ਵੀ ਸਵਾਲ ਉੱਠਿਆ ਕਿ ਇੱਕ ਵਿਅਕਤੀ ਜੋ ਪਰਮਰਾਜ ਸਿੰਘ ਉਮਰਾ ਨੰਗਲ ਦੇ ਵਾਲੇ ਪਾਸਿਓਂ ਕੇਸ ਨੂੰ ਤੇ ਸੁਮੇਧ ਸੈਣੀ ਵਾਲੇ ਪਾਸਿਓਂ ਕੇਸ ਨੂੰ ਇੰਚ ਤੋਂ ਜਾਣਦਾ ਸੀ, ਹਰ ਬਾਰੀਕੀ ਨਾਲ ਉਸਨੇ ਉਸਨੂੰ ਛਾਣਿਆ ਸੀ, ਘੋਖਿਆ ਸੀ, ਵੇਖਿਆ ਹੋਇਆ ਸੀ, ਉਹਨੂੰ ਦੂਸਰੇ ਪਾਸੇ ਪੰਜਾਬ ਸਰਕਾਰ ਨੂੰ ਪ੍ਰੈਜ਼ੈਂਟ ਕਰੇਗਾ। ਬਿਲਕੁਲ ਇਹ ਗੱਲ ਜਿਹੜੀ ਸੀ ਉਹ ਵਾਜਬ ਨਹੀਂ ਸੀ ਲੱਗ ਰਹੀ। ਬਿਲਕੁਲ ਇਹਨਾਂ ਗੱਲਾਂ ਤੋਂ ਨਾਰਾਜ਼ ਹੋਏ ਨਵਜੋਤ ਸਿੰਘ ਸਿੱਧੂ ਨੇ, ਹਾਲਾਂਕਿ ਡੀਜੀਪੀ ਵਾਲਾ ਮੁੱਦਾ ਅਜੇ ਖਟਾਈ ਵਿੱਚ ਹੈ, ਡੀਜੀਪੀ ਵਾਲੇ ਨਾਮ ਜਿਹੜੇ ਨੇ ਉਹ ਯੂਪੀਐਸਸੀ ਨੂੰ ਗਏ ਹੋਏ ਨੇ ਜੀ, ਉਹਨਾਂ ਦੇ ਮਾਮਲੇ ਤੇ ਸ਼ਾਇਦ ਨਵਜੋਤ ਸਿੰਘ ਸਿੱਧੂ ਸ਼ਾਇਦ ਚੁੱਪ ਵੱਟ ਲੈਣ, ਪਰ ਉਹ ਵੀ ਇਸੇ ਕੇਸ ਦੇ ਵਿੱਚ ਉਹ ਜਿਹੜੇ ਨੇ ਉਹਨਾਂ ਦਾ ਰੋਲ ਵੀ ਵੱਖਰੇ ਤੌਰ ਤੇ ਵੇਖਿਆ ਗਿਆ ਜੀ। ਤੇ ਹੁਣ ਏਪੀਐਸ ਦਿਓਲ ਤੇ ਬਿਲਕੁਲ ਫੋਰਫਰੰਟ ਤੇ ਸਨ। ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਕਿ ਮੈਂ ਪੀਪੀਸੀਸੀ ਦਾ ਪ੍ਰੈਜ਼ੀਡੈਂਟ ਨਹੀਂ। ਉਹ ਇਹਨਾਂ ਗੱਲਾਂ ਕਰਕੇ ਕਿ ਮੇਰੀ ਸੁਣੀ ਨਹੀਂ ਜਾਂਦੀ, ਮੇਰੇ ਬਾਰੇ ਪੁੱਛਿਆ ਨਹੀਂ ਜਾਂਦਾ, ਜਿਹੜੀਆਂ ਗੱਲਾਂ ਕਰਕੇ ਅਸੀਂ ਜਿਹੜਾ ਸੀ ਕੈਪਟਨ ਦੇ ਖਿਲਾਫ ਕੇਸ ਤਿਆਰ ਕੀਤਾ ਸੀ ਉਹੀ ਕੰਮ ਤੇ ਫੇਰ ਹੋਣ ਲੱਗ ਪਏ ਤੇ ਫਾਇਦਾ ਕੀ ਹੋਇਆ? ਹੁਣ ਏਪੀਐਸ ਦਿਓਲ ਨੂੰ ਹਟਾਉਣਾ ਇੰਨਾ ਸੌਖਾ ਨਹੀਂ ਸੀ, ਸੰਭਵ ਨਹੀਂ ਸੀ। ਇਸ ਲਈ ਵਿਸ਼ੇਸ਼ ਪ੍ਰਾਸੀਕਿਊਟਰ ਰਾਜਵਿੰਦਰ ਬੈਂਸ ਨੂੰ ਜਿਹੜਾ ਉਹ ਲਾ ਦਿੱਤਾ ਗਿਆ ਕਿ ਉਹ ਬਹਿਬਲ ਕਲਾਂ ਗੋਲੀकांड ਤੇ ਕੋਟਕਪੂਰਾ ਗੋਲੀकांड ਤੇ ਬੇਅਦਬੀ ਕਾਂਡ ਦੇ ਮਾਮਲੇ ਵਿੱਚ ਸਰਕਾਰ ਦੀ ਤਰਫੋਂ ਪੇਸ਼ ਹੋਣਗੇ ਜੀ। ਉਹਨਾਂ ਦੀ ਨਿਯੁਕਤੀ ਜਿਹੜੀ ਹੈ ਇੱਕ ਤਬਕੇ ਨੇ ਤਾਂ ਰਾਹਤ ਵਜੋਂ ਦੇਖੀ ਜੀ, ਉਹ ਜਿਹੜੇ ਚਾਹੁੰਦੇ ਸੀ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਲੱਗਾ ਕਿ ਹੁਣ ਸਜ਼ਾ ਮਿਲ ਸਕਦੀ ਹੈ ਕਿਉਂਕਿ ਰਾਜਵਿੰਦਰ ਬੈਂਸ ਜਿਹੜੇ ਨੇ ਉਹ ਮਨੁੱਖੀ ਅਧਿਕਾਰਾਂ ਦੇ ਸੰਗਠਨ ਦੇ ਨਾਲ ਕੰਮ ਕਰਦੇ ਨੇ, ਫਾਊਂਡਰ ਮੈਂਬਰ ਨੇ। ਉਹਨਾਂ ਦੇ ਪਿਤਾ ਜਸਟਿਸ ਅਜੀਤ ਸਿੰਘ ਬੈਂਸ ਉਸੇ ਸੰਸਥਾ ਦੇ ਆਗੂ ਨੇ ਤੇ ਉਹ ਜਿਹੜੇ ਨੇ ਉਹ ਉਸੇ ਸੰਸਥਾ ਨਾਲ ਜੁੜੇ ਹੋਏ ਨੇ ਤੇ ਇਸ ਤਰ੍ਹਾਂ ਦੇ ਕੇਸ ਉਹਨਾਂ ਨੇ ਕਈ ਸਾਰੇ ਦੇਖੇ ਨੇ ਜੀ। ਹੁਣ ਸੁਮੇਧ ਸਿੰਘ ਸੈਣੀ ਦੇ ਮਾਮਲੇ ਦੇ ਵਿੱਚ ਸੁਮੇਧ ਸਿੰਘ ਸੈਣੀ ਦੇ ਪੱਖ ਨੂੰ ਇਸ ਮਾਮਲੇ ਤੋਂ ਕਾਫੀ ਜਿਹੜੀ ਸੀ ਤਕਲੀਫ ਹੋਈ, ਉਹ ਇਸ ਕਰਕੇ ਕਿਉਂਕਿ ਮੁਲਤਾਨੀ ਕੇਸ ਦੇ ਵਿੱਚ ਜਿਸ ਮਾਮਲੇ ਦੇ ਵਿੱਚ ਸੁਮੇਧ ਸੈਣੀ ਦੀ ਕਾਫੀ ਜ਼ਿਆਦਾ ਖਿਚਾਈ ਹੁੰਦੀ ਰਹੀ ਹੈ, ਹੁਣ ਤੱਕ ਹੋ ਰਹੀ ਹੈ, ਤੇ ਉਸ ਮਾਮਲੇ ਦੇ ਵਿੱਚ ਮੁਲਤਾਨੀ ਵਾਲੇ ਪਾਸਿਓਂ ਕੇਸ ਜਿਹੜਾ ਹੈ ਉਹ ਵਿਸ਼ੇਸ਼ ਪ੍ਰਾਸੀਕਿਊਟਰ ਰਾਜਵਿੰਦਰ ਬੈਂਸ ਨੇ ਹੀ ਲੜਿਆ ਹੋਇਆ ਜੀ। ਹੁਣ ਇਹਨਾਂ ਦੀ ਨਿਯੁਕਤੀ ਵੀ ਤਕਨੀਕੀ ਤੌਰ ਤੇ ਇੱਕ ਤਰ੍ਹਾਂ ਕਟਹਿਰੇ ਵਿੱਚ ਆ ਗਈ ਕਿ ਇਹ ਦੂਸਰੇ ਪਾਸਿਓਂ ਕਿਉਂਕਿ ਵਕੀਲ ਸਨ, ਕਿਤੇ ਐਸਾ ਨਾ ਹੋਵੇ ਕਿ ਇਹਨਾਂ ਦਾ ਜਿਹੜਾ ਕੰਮ ਹੈ ਉਹ ਇੱਕ ਪਾਸੜ ਹੋ ਜਾਵੇ ਤੇ ਇਹੋ ਜਿਹੇ ਫੈਸਲੇ ਜਿਹੜੇ ਫਿਰ ਪੰਜਾਬ ਸਰਕਾਰ ਦੇ ਪੱਖੀ ਨਹੀਂ ਹੋ ਸਕਦੇ, ਲੋਕ ਪੱਖੀ ਨਹੀਂ ਹੋ ਸਕਦੇ ਤੇ ਇੱਕ ਪਾਸੜ ਕਾਰਵਾਈ ਜਿਹੜੀ ਹੈ ਉਹ ਫਿਰ ਸਹੀ ਨਹੀਂ ਹੁੰਦੀ। ਬਿਲਕੁਲ ਹੁਣ ਫਿਰ ਅਸਲ ਵਿੱਚ ਪੰਜਾਬ ਸਰਕਾਰ ਨੂੰ ਰਿਪਰੈਜ਼ੈਂਟ ਕਿਨ ਕਰਨਾ ਸੀ, ਸਮੱਸਿਆ ਇਹ ਖੜੀ ਹੋ ਗਈ ਕਿ ਬਹਿਬਲ ਕਲਾਂ ਗੋਲੀकांड ਜਿਹੜਾ ਹੈ ਉਸ ਮਾਮਲੇ ਦੇ ਵਿੱਚ ਹੁਣ ਸਬੂਤ ਆ ਰਹੇ ਨੇ ਰੋਜ਼ ਔਰ ਗਵਾਹੀਆਂ ਹੋ ਰਹੀਆਂ ਨੇ, ਪੇਸ਼ੀਆਂ ਹੋ ਰਹੀਆਂ ਨੇ। ਬੇਅਦਬੀ ਮਾਮਲੇ ਦੇ ਵਿੱਚ ਜਿਵੇਂ ਹੈਂਡ ਰਾਈਟਿੰਗ ਵਾਲੀ ਗੱਲ ਹੋਈ ਹੈ, ਸਭ ਕੁਝ ਦੇ ਮਾਮਲੇ ਦੇ ਵਿੱਚ ਸਰਕਾਰ ਤੇ ਆਪਣਾ ਪੱਖ ਰੱਖਦੀ ਜਾ ਰਹੀ ਹੈ ਪਰ ਕੇਸ ਕਿਸੇ ਪਾਸੇ ਲੱਗ ਨਹੀਂ ਸੀ ਰਿਹਾ ਜੀ। ਉਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਸਭ ਤੋਂ ਵੱਡਾ ਧੱਕਾ ਉਦੋਂ ਲੱਗਾ ਜਦੋਂ ਰਾਮ ਰਹੀਮ ਨੂੰ ਜਿਹੜਾ ਸੀ ਇੱਥੇ ਪੇਸ਼ੀ ਤੋਂ ਛੋਟ ਮਿਲ ਗਈ ਜੀ ਔਰ ਉਹਨਾਂ ਨੂੰ ਇੱਥੇ ਅਦਾਲਤ ਦੇ ਵਿੱਚ ਲਿਆਉਣ ਤੱਕ ਅਸਮਰੱਥ ਰਹੇ ਏਪੀਐਸ ਦਿਓਲ ਵੀ ਤੇ ਰਾਜਵਿੰਦਰ ਬੈਂਸ ਵੀ। ਇਸ ਮਾਮਲੇ ਦੇ ਵਿੱਚ ਰਾਜਵਿੰਦਰ ਬੈਂਸ ਤੇ ਵਿਸ਼ੇਸ਼ ਪ੍ਰਾਸੀਕਿਊਟਰ ਨੇ, ਉਹਨਾਂ ਦਾ ਅਹੁਦਾ ਕੋਈ ਸ਼ਾਇਦ ਸੰਵਿਧਾਨਕ ਤੌਰ ਤੇ ਨਾ ਹੋਵੇ, ਸਿਰਫ ਇੱਕ ਕੇਸ ਵਾਸਤੇ ਜਾਂ 2 ਕੇਸਾਂ ਵਾਸਤੇ ਉਹਨਾਂ ਦੀ ਨਿਯੁਕਤੀ ਹੋਈ ਹੋ ਸਕਦੀ ਹੈ, ਪਰ ਐਡਵੋਕੇਟ ਜਨਰਲ ਦਾ ਅਹੁਦਾ ਤੇ ਬੜਾ ਇੱਕ ਅਹਿਮ ਹੁੰਦਾ ਹੈ। ਹਰ ਕੇਸ ਦੇ ਵਿੱਚ ਜਦੋਂ ਕਿਤੇ ਕਿਸੇ ਨੂੰ ਪੰਜਾਬ ਸਰਕਾਰ ਨੇ ਰਿਪਰੈਜ਼ੈਂਟ ਕਰਨਾ ਹੋਵੇ ਤਾਂ ਐਡਵੋਕੇਟ ਜਨਰਲ ਨੇ ਹੀ ਗਾਂ ਕਿਸੇ ਦੀ ਡਿਊਟੀ ਲਾਉਣੀ ਹੈ ਜਾਂ ਆਪ ਕਰਨਾ ਹੈ, ਇਹ ਸਾਰਾ ਕੁਝ ਦੇਖਣਾ ਹੁੰਦਾ ਹੈ। ਹੁਣ ਏਪੀਐਸ ਦਿਓਲ ਦੇ ਸਾਹਮਣੇ ਪੰਜਾਬ ਸਰਕਾਰ ਤਕਰੀਬਨ ਇੱਕ ਕਿਸਮ ਦੇ 2 ਕੇਸ ਜਿਹੜੀ ਸੀ ਇਹ ਹਾਰ ਚੁੱਕੀ ਸੀ ਏਪੀਐਸ ਦਿਓਲ ਦੇ ਹੁੰਦਿਆਂ ਜੀ। 2 ਮਾਮਲਿਆਂ ਦੇ ਵਿੱਚ ਜਿਹੜਾ ਸੀ ਉਹ ਪਿੱਛੇ ਹਟਣਾ ਪੈ ਗਿਆ ਕਿ ਇੱਕ ਤਾਂ ਰਾਮ ਰਹੀਮ ਵਾਲਾ ਤੇ ਦੂਸਰਾ ਜਿਹੜੇ ਕੋਈ ਹੋਰ ਕਾਰਵਾਈਆਂ ਹੋਣੀਆਂ ਸੀ ਉਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਪਿੱਛੇ ਹਟਣਾ ਪੈ ਗਿਆ। ਤੇ ਇਸ ਕਰਕੇ ਪੰਜਾਬ ਸਰਕਾਰ ਨੇ ਫਿਰ ਮੇਰਾ ਖਿਆਲ ਹੈ ਕਿ ਇਹ ਜਿਹੜਾ ਸਵਾਲ ਤੁਸੀਂ ਕੀਤਾ ਹੈ ਇਹ ਅਸਤੀਫਾ ਇਸ ਨੂੰ ਲਿਆ ਗਿਆ ਹੀ ਸਮਝਣਾ ਚਾਹੀਦਾ ਹੈ। ਅਸਤੀਫੇ ਜਿਹੜੇ ਨੇ ਇਸ ਤਰ੍ਹਾਂ ਦੇ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਉਹਨਾਂ ਦੇ ਕੌਣ ਚਾਹੇਗਾ ਕਿ ਪੋਸਟ ਨਹੀਂ ਛੱਡਣੀ ਮੈਂ। ਰਮੀਜ਼ਾ ਹਕੀਮ ਨੇ 2 ਵਾਰੀ ਅਸਤੀਫਾ ਦਿੱਤਾ ਸੀ, ਪਹਿਲੀ ਵਾਰੀ ਉਹਨਾਂ ਦਾ ਨਾਮ ਮਨਜ਼ੂਰ ਹੋ ਗਿਆ ਤੇ ਦੂਸਰੀ ਵਾਰੀ ਮਨਜ਼ੂਰ ਕੀਤਾ ਗਿਆ ਸੀ। ਅਤੁਲ ਨੰਦਾ ਜਿਹੜੇ ਸੀ ਆਪਣੇ ਅਹੁਦੇ ਤੇ ਰਹੇ ਨੇ
ਪਰ ਉਹ ਵੀ ਉਦੋਂ ਚਲੇ ਗਏ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ। ਜੀ ਸੋ ਏਪੀਐਸ ਦਿਓਲ ਸਾਈਡ ਤੇ ਹੋ ਗਏ ਨੇ। ਉਹਨਾਂ ਨੇ ਕਿਹਾ ਕਿ ਦੇਖ ਲਓ ਹੁਣ ਕਿਹਨੂੰ ਲਾਉਣਾ ਹੈ। ਪਰ ਹੁਣ ਇੰਟਰਸਟਿੰਗ ਸਥਿਤੀ ਬਣਦੀ ਹੈ ਜੀ ਕੀ ਰਾਜਵਿੰਦਰ ਬੈਂਸ ਨੂੰ ਜਿਹੜਾ ਹੈ ਉਹ ਐਡਵੋਕੇਟ ਜਨਰਲ ਹੁਣ ਪੰਜਾਬ ਦਾ ਬਣਾਇਆ ਜਾਵੇਗਾ ਜੀ ਜਾਂ ਕਿਸੇ ਹੋਰ ਵਿਅਕਤੀ ਦੀ ਨਿਯੁਕਤੀ ਹੋਵੇਗੀ। ਜੀ ਕੀ ਉਹ ਵਿਅਕਤੀ ਜਿਹੜਾ ਹੁਣ ਐਡਵੋਕੇਟ ਜਨਰਲ ਤਾਂ ਕਿਸੇ ਨੇ ਲੱਗਣਾ ਹੀ ਲੱਗਣਾ ਹੈ। ਬਿਲਕੁਲ ਜੇ ਐਡਵੋਕੇਟ ਜਨਰਲ ਜਿਹੜਾ ਵਿਅਕਤੀ ਹੁਣ ਲਾਇਆ ਜਾਵੇਗਾ ਕੀ ਉਹ ਵਿਅਕਤੀ ਸਿੱਧੂ ਦੀ ਮਰਜ਼ੀ ਦਾ ਲੱਗੇਗਾ ਜਾਂ ਚਰਨਜੀਤ ਸਿੰਘ ਚੰਨੀ ਦੀ ਮਰਜ਼ੀ ਦਾ ਲੱਗੇਗਾ ਜੀ ਜਾਂ ਕੈਪਟਨ ਦੇ ਹਮਾਇਤੀਆਂ ਦੀ ਜਾਂ ਅਕਾਲੀ ਦਲ ਦੀ ਮਰਜ਼ੀ ਦਾ ਲੱਗੇਗਾ। ਜੀ ਇਹ ਦੋ ਤਿੰਨ ਗੱਲਾਂ ਜਿਹੜੀਆਂ ਨੇ ਵੇਖਣ ਨੂੰ ਅਜੇ ਆਉਣ ਵਾਲੇ ਦਿਨਾਂ ਵਿੱਚ 1-2 ਦਿਨਾਂ 'ਚ ਪਤਾ ਲੱਗੇਗਾ ਕਿ ਐਡਵੋਕੇਟ ਜਨਰਲ ਨਵੇਂ ਕੌਣ ਹੁੰਦੇ ਨੇ। ਇਹ ਇੰਟਰਸਟਿੰਗ ਸਥਿਤੀ ਹੈ। ਇਸ ਇੰਟਰਸਟਿੰਗ ਸਥਿਤੀ ਨੂੰ ਪੰਜਾਬ ਸਰਕਾਰ ਆਪਣੇ ਪੱਖ ਦੇ ਵਿੱਚ ਕਿਵੇਂ ਸਮੇਟਦੀ ਹੈ ਇਹ ਵੀ ਸਮਾਂ ਦੱਸੇਗਾ। ਔਰ ਸਾਰੀਆਂ ਗੱਲਾਂ ਜਿਹੜੀਆਂ ਹਨ ਪੰਜਾਬ ਸਰਕਾਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੈਸਲਾ ਲੈਣਾ ਪਏਗਾ ਤੇ ਫਿਰ ਐਡਵੋਕੇਟ ਜਨਰਲ ਦੀ ਨਿਯੁਕਤੀ ਹੋ ਸਕੇਗੀ। ਪਰ ਇੱਕ ਜੋ ਸਰਕਾਰ ਇੱਕ ਲੱਭ ਰਹੀ ਹੈ ਕਿ ਕਿਤੇ ਨਾ ਕਿਤੇ ਬੇਅਦਬੀ ਮਾਮਲੇ ਦੇ ਵਿੱਚ ਜਾਂ ਗੋਲੀकांड ਦੇ ਮਾਮਲੇ ਦੇ ਵਿੱਚ ਸਰਕਾਰ ਨੂੰ ਕਹਿਣ ਨੂੰ ਇਹ ਬਣ ਜਾਵੇ ਕਿ ਅਸੀਂ ਦੇਖੋ ਜੀ ਵਾਅਦਾ ਕੀਤਾ ਹੋਇਆ ਸੀ ਚੋਣਾਂ ਦੇ ਵਿੱਚ ਭਾਵੇਂ ਕਿਸੇ ਨੇ ਕੀਤਾ ਸੀ ਪਰ ਅਸੀਂ ਉਸ ਤੇ ਕੋਈ ਕਾਰਵਾਈ ਪਾ ਦਿੱਤੀ ਹੈ ਤੇ ਸਾਡੇ ਵੱਲੋਂ ਕੰਮ ਹੋ ਗਿਆ। ਇਹ ਜੇ ਕਾਰਵਾਈ ਅਜੇ ਤੱਕ ਪਈ ਨਹੀਂ ਜਾਪਦੀ ਅਜੇ ਤੱਕ ਜਿਹੜੇ ਕਮਿਸ਼ਨ ਬਿਠਾਏ ਹੋਏ ਨੇ ਉਹੀ ਰਿਪੋਰਟਾਂ ਆਪਣੀਆਂ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਕਾਨੂੰਨੀ ਪੱਖ ਮਜ਼ਬੂਤ ਕਰਕੇ ਦੋਸ਼ੀਆਂ ਨੂੰ ਕਿਵੇਂ ਸਜ਼ਾ ਦਵਾਈ ਜਾਂਦੀ ਹੈ ਜਾਂ ਕਟਹਿਰੇ ਵਿੱਚ ਖਿੱਚ ਕੇ ਲਿਆਂਦਾ ਜਾਂਦਾ ਹੈ ਜਾਂ ਅੱਗੇ ਅਦਾਲਤ ਕੀ ਸਜ਼ਾ ਦਿੰਦੀ ਹੈ ਇਸ ਮਾਮਲੇ ਵਿੱਚ ਅਜੇ ਦਿੱਲੀ ਦੂਰ ਹੈ। ਜੀ ਕੁਲਦੀਪ ਜੀ ਹੁਣ ਨਵੇਂ ਜਿਹੜੇ ਏਜੀ ਹੈ ਉਹ ਕੌਣ ਹੋਣਗੇ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਨਵਜੋਤ ਸਿੰਘ ਸਿੱਧੂ ਵੱਲੋਂ ਉਠਾਏ ਮੁੱਦਿਆਂ ਦੇ ਵਿੱਚ ਇੱਕ ਮੁੱਦਾ ਬਿਜਲੀ ਦੇ ਬਿੱਲਾਂ ਦਾ ਵੀ ਸੀ। ਪਰ ਅਸੀਂ ਇਸ ਤੇ ਚਰਚਾ ਕਰਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਕੁਲਦੀਪ ਜੀ ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਬਿਜਲੀ ਦੇ ਬਿੱਲਾਂ ਦੇ ਮੁੱਦੇ ਦੀ। ਪੰਜਾਬ ਸਰਕਾਰ ਨੇ ਬਿਨਾਂ ਇਹ ਦੇਖੇ ਕਿ ਕਿਹਨੂੰ ਲੋੜ ਹੈ ਤੇ ਕਿਹਨੂੰ ਨਹੀਂ ਹੈ ਹਰ ਕਿਸੇ ਦੇ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ। ਸ਼ਾਇਦ ਮਤਲਬ ਉਹ ਇਹ ਸੁਣਨਾ ਚਾਹੁੰਦੇ ਹੋਣ ਕਿ ਦ ਗ੍ਰੇਟ ਚੰਨੀ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਇਹ ਕਦਮ ਚੁੱਕਿਆ ਇਹਦਾ ਫਾਇਦਾ ਅਸਲ ਵਿੱਚ ਜਿਨ੍ਹਾਂ ਲੋਕਾਂ ਨੂੰ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਹੋਏਗਾ ਜਾਂ ਫਿਰ ਦੂਸਰੇ ਲੋਕ ਵੀ ਇਸ ਦਾ ਫਾਇਦਾ ਚੁੱਕ ਲੈਣਗੇ? ਮੈਂ ਇਸ ਦੇ ਬਾਰੇ ਕੁਝ ਅੰਕੜੇ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ ਜੀ। ਸਰਕਾਰ ਨੇ ਸਤੰਬਰ ਮਹੀਨੇ ਦੇ ਵਿੱਚ ਐਲਾਨ ਕੀਤਾ ਸੀ ਕਿ 2 ਕਿਲੋਵਾਟ ਤੱਕ ਦੇ ਘਰੇਲੂ ਲੋਡ ਵਾਲਿਆਂ ਦਾ ਹਰ ਇੱਕ ਦਾ ਬਿਜਲੀ ਦਾ ਬਿੱਲ ਜਿਹੜਾ ਹੈ ਮਾਫ ਕੀਤਾ ਜਾਵੇਗਾ ਜੀ। ਹੁਣ ਇਸ ਨਾਲ ਸਰਕਾਰ ਤੇ ਮੋਟੇ ਜਿਹੇ ਅੰਦਾਜ਼ੇ ਮੁਤਾਬਕ ਜੀ 1200 ਕਰੋੜ ਰੁਪਏ ਦਾ ਭਾਰ ਪੈਣ ਦੀ ਸੰਭਾਵਨਾ ਹੈ ਜੀ। ਹੁਣ ਇਹ ਗੱਲ ਇੱਕ ਹੈ ਕਿ 2 ਕਿਲੋਵਾਟ ਲੋਡ ਸੈਂਕਸ਼ਨ ਹੈ ਪਰ ਉਸ ਦੇ ਅੱਗੇ ਬਰੀਕੀਆਂ ਕੀ ਨੇ ਜੀ ਕਿ ਉਸ ਦੇ ਯੂਨਿਟ ਦੀ ਜਿਹੜੀ ਖਪਤ ਹੈ ਮਹੀਨੇ ਦੀ ਉਸ ਤੇ ਵੀ ਕੋਈ ਲਿਮਿਟ ਹੈ ਜੀ ਜਾਂ ਉਸ ਤੋਂ ਬਾਅਦ ਯੂਨਿਟ ਦੇ ਹਿਸਾਬ ਨਾਲ ਹੋਵੇਗਾ ਜਾਂ ਕਿਲੋਵਾਟ ਨੂੰ ਵੀ ਮਾਪਦੰਡ ਰੱਖ ਲਿਆ ਜੀ। ਇਸ ਦੀ ਉਦਾਹਰਨ ਮੈਂ ਆਪ ਜੀ ਨੂੰ ਪੇਸ਼ ਕਰਾਂਗਾ ਜੀ। ਜਿਹੜੇ ਪੰਜਾਬ ਦੇ ਵਿੱਚ ਕੁੱਲ ਮੋਟੇ ਜਿਹੇ ਅੰਦਾਜ਼ੇ ਮੁਤਾਬਕ ਘਰੇਲੂ 72 ਲੱਖ ਗਾਹਕ ਜਿਹੜੇ ਨੇ ਉਹ ਮੀਟਰ ਲੱਗੇ ਹੋਏ ਨੇ। ਇੱਕ ਘਰ ਵਿੱਚ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਔਰ ਇਹਨਾਂ ਵਿੱਚੋਂ 80% 55,000 ਤੋਂ 1 ਲੱਖ ਦੇ ਕਰੀਬ ਉਹ ਗਾਹਕ ਹਨ ਜਿਨ੍ਹਾਂ ਦੇ ਕਨੈਕਸ਼ਨ ਬਿਜਲੀ ਦਾ ਬਿੱਲ ਨਾ ਦੇਣ ਕਰਕੇ ਕੱਟੇ ਗਏ ਜੀ। 2 ਕਿਲੋਵਾਟ ਜਾਂ 2 ਕਿਲੋਵਾਟ ਤੋਂ ਥੱਲੇ ਤਕਰੀਬਨ 52 ਤੋਂ ਲੈ ਕੇ 53 ਲੱਖ ਜਿਹੜੇ ਖਪਤਕਾਰ ਨੇ ਬਿਜਲੀ ਦੇ ਉਹ ਆਉਂਦੇ ਨੇ ਜਿਨ੍ਹਾਂ ਦਾ 2 ਕਿਲੋਵਾਟ ਤੋਂ ਥੱਲੇ ਘਰੇਲੂ ਲੋਡ ਹੈ ਜੀ। ਹੁਣ ਇਹਦੇ ਮੁਤਾਬਕ ਇਹ 1200 ਕਰੋੜ ਤੱਕ ਦਾ ਜਿਹੜਾ ਤੇ ਬੋਝ ਪਵੇਗਾ ਉਹ ਸਰਕਾਰ ਨੂੰ ਦੇਣਾ ਪਏਗਾ ਬਿਜਲੀ ਬੋਰਡ ਨੂੰ PSPCL ਨੂੰ। ਉਹ ਦੇਣਗੇ ਅਦਾ ਕਰਨਗੇ। ਅਜੇ ਤੇ ਪਿਛਲੀਆਂ ਅਦਾਇਗੀਆਂ ਨਹੀਂ ਹੋਈਆਂ। ਬਿਲਕੁਲ ਕਈ ਹੋਰ ਜਗ੍ਹਾ ਤੇ ਜਿਹੜੇ ਮਾਫ ਕੀਤੇ ਹੋਏ ਨੇ ਸਬਸਿਡੀ ਜਿਹੜੀ ਸਰਕਾਰ ਨੇ ਪ੍ਰਦਾਨ ਕੀਤੀ ਹੋਈ ਹੈ ਮਹਿਕਮੇ ਨੇ ਤਾਂ ਚੁੱਕਣੀ ਨਹੀਂ ਹੁੰਦੀ। ਮਹਿਕਮੇ ਨੇ ਤੇ ਪੈਸੇ ਲੈਣੇ ਨੇ ਉਹਨਾਂ ਨੇ ਫੰਡਸ ਲੈਣੇ ਨੇ ਤੇ ਫੰਡਸ ਚਾਹੇ ਉਹਨਾਂ ਨੂੰ ਖਪਤਕਾਰ ਦੇ ਦੇਵੇ ਤੇ ਚਾਹੇ ਸਰਕਾਰ ਦੇ ਦੇਵੇ ਰੇਟ ਵੀ ਸਰਕਾਰ ਨੇ ਤੈਅ ਕਰਨਾ ਹੁੰਦਾ। ਹੁਣ ਸਰਕਾਰ ਕਿੱਥੋਂ ਦਿੰਦੀ ਹੈ ਕਿਵੇਂ ਦਿੰਦੀ ਹੈ ਕੀ ਇਹ ਖਾਲੀ ਖਜ਼ਾਨਾ ਜਿਸ ਦਾ ਰੌਲਾ ਇੰਨੇ ਸਾਲ ਪੈਂਦਾ ਰਿਹਾ ਕੀ ਇਸ ਖਜ਼ਾਨੇ ਦੇ ਵਿੱਚ ਕੁਝ ਆ ਗਿਆ ਇਹੋ ਜਿਹਾ ਜਿਸ ਨਾਲ ਇਹ ਵੱਡੀਆਂ ਫੀਸਾਂ ਤੇ ਰਕਮਾਂ ਜਿਹੜੀਆਂ ਹਨ
ਉਹ ਸੰਬੰਧਿਤ ਮਹਿਕਮਿਆਂ ਨੂੰ ਮਿਲ ਜਾਣਗੀਆਂ? ਜੀ ਇਹ ਵੱਡਾ ਸਵਾਲ ਹੋਵੇਗਾ। ਬਿਲਕੁਲ ਅਜੇ ਪੰਜਾਬ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਨੇ। ਕੋਵਿਡ ਤੋਂ ਬਾਅਦ ਜਿਸ ਤਰੀਕੇ ਨਾਲ ਬੇਰੁਜ਼ਗਾਰੀ ਤੇ ਮਹਿੰਗਾਈ ਨੇ ਲੱਕ ਤੋੜ ਦਿੱਤਾ ਹੈ ਸਾਰਿਆਂ ਦਾ, ਜੀ ਉਸ ਦੇ ਲਈ ਇਹ ਖਪਤਕਾਰ ਲਈ ਤੇ ਆਮ ਲੋਕਾਂ ਲਈ ਤੇ ਰਾਹਤ ਦੀ ਖਬਰ ਹੈ ਜੀ ਕਿ ਬਿਜਲੀ ਦਾ ਬਿੱਲ ਮਾਫ ਹੋਵੇਗਾ। ਪਰ ਸਰਕਾਰ ਕਿੱਥੋਂ ਲਿਆਏਗੀ ਤੇ ਕਿਹਦੀ ਬਿਲਕੁਲ। ਜੇਬ ਚੋਂ ਕੱਢੇਗੀ? ਆਮ ਲੋਕਾਂ ਤੇ ਨਵੇਂ ਬੋਝ ਨੋਟ ਪਏਗਾ। ਜੀ, ਨਵੇਂ ਨੋਟ ਤਾਂ ਛਾਪੇ ਨਹੀਂ ਜਾ ਸਕਦੇ ਇੰਨੀ ਛੇਤੀ, ਜੀ ਪਰ ਇਹ ਬੋਝ ਜਿਹੜਾ ਹੈ, ਜਿਹੜੇ ਟੈਕਸ ਦੇ ਰਹੇ ਨੇ, ਜਿਹੜੇ ਬਿੱਲ ਦੇ ਰਹੇ ਨੇ, ਉਹਨਾਂ ਤੇ ਹੀ ਪੈਣ ਵਾਲਾ ਹੈ। ਬਿਲਕੁਲ ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਸੜਕਾਂ ਤੇ ਜਿਹੜੇ ਟੋਲ ਲੱਗੇ ਹੋਏ ਨੇ, ਉਹਨਾਂ ਵਿੱਚੋਂ ਬਹੁਤੇ ਸਾਰਿਆਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਮੁਆਫ ਨੇ ਜਾਂ ਘੱਟ ਪਰਸੈਂਟੇਜ ਦੇਣੀ ਪੈਂਦੀ ਹੈ, ਜਾਂ ਤੁਹਾਨੂੰ ਪਤਾ ਹੈ ਕਿ ਇੱਥੇ VIP ID ਕਾਰਡ ਵੀ ਹੁੰਦੇ ਨੇ ਜੀ ਤੇ ਬਹੁਤ ਕੁਝ ਚੱਲਦਾ ਹੈ, ਸਭ ਕੁਝ ਚੱਲਦਾ ਹੈ। ਉਹ ਸਾਰਿਆਂ ਦਾ ਇੱਕ ਜੋੜ ਹੈ, ਉਹ ਕੰਪਨੀ ਨੇ ਐਂਡ ਤੇ ਦਿਖਾਉਣਾ ਹੁੰਦਾ ਹੈ ਮਹੀਨੇ ਤੇ ਜਾਂ ਸਾਲ ਤੇ ਕਿ ਸਾਡੀ ਇੰਨੀ ਕਲੈਕਸ਼ਨ ਹੋਈ ਹੈ। ਜਦ ਕਿ ਸਰਕਾਰ ਨਾਲ ਜਿਹੜਾ ਸਾਡਾ ਵਾਅਦਾ ਕੀਤਾ ਹੋਇਆ ਸੀ ਟੋਲ ਕਲੈਕਸ਼ਨ ਦਾ, ਉਹ ਇੰਨਾ ਸੀ ਕਿ ਇੰਨੀ ਰਕਮ ਸਾਨੂੰ ਆਵੇਗੀ। ਜੀ ਤੇ ਫਿਰ ਜਦੋਂ ਨਹੀਂ ਆਉਂਦੀ ਤੇ ਫਿਰ ਉਹ ਬਾਕੀਆਂ ਦੇ ਫੀਸਾਂ ਵਧਾ ਦਿੰਦੇ ਨੇ। ਜਿਹੜੇ ਟੋਲ ਦਿੰਦੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਦੇਣਾ ਪੈ ਜਾਂਦਾ, ਬਿਲਕੁਲ ਉਹ ਜ਼ਿਆਦਾ ਤੇਜ਼ੀ ਨਾਲ ਵਧਾਇਆ ਜਾਂਦਾ। ਜੀ ਹੁਣ ਕੀ ਤੇਲ ਦੀਆਂ ਵਧੀਆਂ ਹੋਈਆਂ, ਡੀਜ਼ਲ ਪੈਟਰੋਲ ਦੀਆਂ ਕੀਮਤਾਂ ਤੇ ਜੋ ਟੈਕਸ ਲੱਗਾ ਹੋਇਆ ਸਰਕਾਰਾਂ ਦਾ, ਕੀ ਉਸ ਨਾਲ ਖਜ਼ਾਨੇ ਭਰੇ ਜਾਣਗੇ? ਖੈਰ, ਵੱਖਰਾ ਸਵਾਲ ਹੈ। ਹੁਣ ਅਸੀਂ ਬਿਜਲੀ ਵੱਲ ਨੂੰ ਆਈਏ। ਜੀ ਬਿਜਲੀ ਦੀ ਗੱਲ ਜਿਹੜੀ ਕੀਤੀ ਹੈ, ਇਸ ਦੀ ਇੱਕ ਉਦਾਹਰਨ ਮੈਂ ਦਿੰਦਾ ਤੁਹਾਨੂੰ। ਨਵਜੋਤ ਸਿੰਘ ਸਿੱਧੂ ਦੇ ਬਾਰੇ ਤਾਂ ਤੁਹਾਨੂੰ ਪਤਾ ਹੈ ਜੀ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਰੌਲਾ ਪਾ ਦਿੱਤਾ ਪੰਜਾਬ ਸਰਕਾਰ ਦੇ ਖਿਲਾਫ ਕਿ ਬਿਜਲੀ ਰਿਫਾਰਮਸ ਲਿਆਉਣੇ ਨੇ, ਬਿਜਲੀ ਦੇ ਬਾਰੇ ਆਹ ਕਰਨਾ ਹੈ, ਬਿਜਲੀ ਸਮਝੌਤੇ ਰੱਦ ਕਰਨੇ ਨੇ, ਜਿਵੇਂ ਗੋਇੰਦਵਾਲ ਸਾਹਿਬ ਦਾ ਜਿਹੜਾ ਸਮਝੌਤਾ ਹੈ ਉਹ ਥਰਮਲ ਪਲਾਂਟ ਦਾ ਰੱਦ ਹੋ ਚੁੱਕਾ ਹੈ। ਜੀ ਬਿਲਕੁਲ ਪ੍ਰਵਾਨਗੀ ਦਿੱਤੀ ਕੱਲ੍ਹ ਸਰਕਾਰ ਨੇ ਰੱਦ ਕੀਤਾ ਹੈ ਜੀ। ਪਰ ਹੁਣ ਨਵਜੋਤ ਸਿੰਘ ਸਿੱਧੂ ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਜੀ, ਤੇ ਉਹਨਾਂ ਦੇ ਬਿੱਲ ਜਿਹੜਾ ਸੀ ਨਿਕਲ ਕੇ ਸਾਹਮਣੇ ਆ ਗਿਆ। ਬਿੱਲ ਪਬਲਿਕ ਵੀ ਹੋ ਗਿਆ, ਹਾਲਾਂਕਿ ਵਿਅਕਤੀਗਤ ਇਨਫੋਰਮੇਸ਼ਨ ਹੈ। ਸਲਾਮ ਹੈ ਉਹਨਾਂ ਅਫਸਰ ਸਾਹਿਬਾਨ ਨੂੰ ਵੀ ਜਿਨ੍ਹਾਂ ਨੇ ਸਰਕਾਰ ਦੇ ਇਸ਼ਾਰਿਆਂ ਤੇ ਰਾਤੋਂ ਰਾਤ ਬਿੱਲ ਕੱਢ ਕੇ ਮੂਹਰੇ ਰੱਖ ਦਿੱਤਾ ਕਿ ਸਿੱਧੂ ਦਾ ਤਾਂ 9 ਲੱਖ ਦੇ ਲਾਗੇ ਛਾਗੇ ਦਾ ਬਿੱਲ ਬਣਦਾ ਹੈ ਜੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਮੈਂ ਸ਼ਿਕਾਇਤ ਕੀਤੀ ਹੋਈ ਹੈ, ਮੇਰਾ ਬਿੱਲ ਗਲਤ ਆਉਂਦਾ ਹੈ, ਕੋਈ ਚੱਕਰ ਹੈ, ਮੈਂ ਇਹ ਪੈਂਡਿੰਗ ਬਿੱਲ ਹੈ। ਪਰ ਉਹਨਾਂ ਨੇ ਇੰਨੀ ਗੱਲ ਕਹਿ ਕੇ ਦੁਬਾਰਾ ਉਸ ਬਿੱਲ ਨੂੰ ਭਰ ਦਿੱਤਾ, ਗੱਲ ਖਤਮ ਹੋ ਗਈ। ਪਰ ਬਿੱਲ ਇੱਕ ਵਾਰੀ ਤੇ ਉਂਗਲ ਉੱਠੀ ਨਾ ਨਵਜੋਤ ਸਿੰਘ ਸਿੱਧੂ ਤੇ ਕਿ ਤੁਸੀਂ ਬਿਜਲੀ ਰਿਫਾਰਮ ਦੀ ਗੱਲ ਕਰ ਰਹੇ ਹੋ ਤੇ ਦੂਸਰੇ ਪਾਸੇ ਤੁਸੀਂ ਆਪਣਾ ਬਿੱਲ ਨਹੀਂ ਦਿੱਤਾ ਹੋਇਆ। ਬਿਲਕੁਲ। ਹੁਣ ਵਿਧਾਇਕਾਂ ਦੇ ਬਿੱਲ ਕਿੰਨੇ ਵੱਡੇ ਵੱਡੇ ਆਉਂਦੇ ਨੇ, ਇਸ ਗੱਲ ਦਾ ਤਾਂ ਸਾਰਿਆਂ ਨੂੰ ਪਤਾ, ਲੱਖਾਂ ਦੇ ਵਿੱਚ ਆਉਂਦੇ ਨੇ, ਕਿਉਂਕਿ ਸਿਸਟਮ ਹੁੰਦਾ ਹੈ। ਵਿਧਾਇਕਾਂ ਕੋਲ ਆਉਣ ਜਾਣ ਵਾਲੇ ਵੀ ਬਹੁਤ ਹੁੰਦੇ ਨੇ ਤੇ 에ਅਰ ਕੰਡੀਸ਼ਨਰ ਜਿਹੜੇ ਨੇ ਲਗਾਤਾਰ ਚੱਲਦੇ ਨੇ, ਬਿਲਕੁਲ ਬੰਦ ਨਹੀਂ ਹੁੰਦੇ ਨੇ ਜੀ। ਇਸੇ ਤਰ੍ਹਾਂ ਇੱਕ ਆਡੀਓ ਕਾਲ ਜਿਹੜੀ ਹੈ 2-3 ਦਿਨ ਪਹਿਲਾਂ ਜਿਹੜੀ ਹੈ ਸਾਹਮਣੇ ਆਉਂਦੀ ਹੈ ਜੀ। ਉਹ ਦੱਸਿਆ ਜਾਂਦਾ ਹੈ, ਆਡੀਓ ਕਾਲ ਬਾਰੇ ਆਖਿਆ ਜਾ ਰਿਹਾ ਹੈ ਕਿ ਉਹ ਆਡੀਓ ਕਾਲ ਪੱਟੀ ਤੋਂ ਵਿਧਾਇਕ ਹਰਮਿੰਦਰ ਗਿੱਲ ਹੋਣਾ ਨੇ ਕੀਤੀ ਹੈ ਜੀ। ਹਰਮਿੰਦਰ ਗਿੱਲ ਹੋਣਾ ਨੇ ਜਿਹੜੀ ਉਹ ਕਾਲ ਕੀਤੀ ਹੈ, ਉਹ ਇੱਕ SDO ਨੂੰ ਕਾਲ ਕਰ ਰਹੇ ਨੇ। SDO ਸਾਹਿਬ ਕਹਿ ਕੇ ਪੁਕਾਰਦੇ ਨੇ। ਇਹ ਹੁਣ ਕਨਫਰਮ ਸਾਡੇ ਵੱਲੋਂ ਨਹੀਂ ਹੈ ਕਿ ਵਾਕਈ ਉਹਨਾਂ ਦੀ ਆਵਾਜ਼ ਹੈ ਜੀ। ਚਲੋ ਜਿਵੇਂ ਵੀ ਹੈ, ਇਹ ਜਾਂਚ ਸਰਕਾਰ ਨੇ ਕਰਨੀ ਹੁੰਦੀ ਹੈ। ਬਿਲਕੁਲ। ਉਸ ਤੋਂ ਬਾਅਦ ਉਹਨੂੰ SDO ਨੂੰ ਕਹਿ ਰਹੇ ਨੇ ਕਿ ਅਸੀਂ ਤੇ ਲੋਕਾਂ ਦੇ ਬਿੱਲ ਮਾਫ ਕਰਨ ਲੱਗੇ ਆ ਤੇ ਤੂੰ ਕਨੈਕਸ਼ਨ ਕੱਟਣ ਵਾਲਾ, ਜੁਰਮਾਨਾ ਪਾਉਣ ਵਾਲਾ ਕੌਣ ਹੈ ਬਈ? ਉਸ ਤੋਂ ਬਾਅਦ ਫਿਰ ਜਿਹੜੇ ਲਫ਼ਜ਼ ਉਸ SDO ਵਾਸਤੇ ਵਰਤੇ ਜਾਂਦੇ ਨੇ ਉਹ ਮੈਂ ਵਰਤ ਨਹੀਂ ਸਕਦਾ, ਬੀਪ ਲਾਉਣੀ ਪਏਗੀ। ਉਹ ਵਰਤੇ ਗਏ ਨੇ ਤੇ ਕੋਈ ਕਾਰਵਾਈ ਨਹੀਂ ਹੋਈ। ਉਹ ਕਾਲ ਰਿਕਾਰਡਿੰਗ ਜ਼ਾਹਰ ਹੁੰਦੀ ਹੈ ਤੇ ਵਿਧਾਇਕ ਸਾਹਿਬ ਨੂੰ ਵੀ ਪਤਾ ਹੈ ਕਿ ਇਹ ਕਾਲ ਰਿਕਾਰਡਿੰਗ ਜ਼ਾਹਰ ਹੋ ਵੀ ਜਾਂਦੀ ਹੈ ਤੇ ਮੇਰਾ ਕੁਝ ਵਿਗੜਨ ਵਾਲਾ ਨਹੀਂ, ਸਰਕਾਰ ਭਾਈ ਆਪਣੀ ਹੈ। ਇਸ ਤਰ੍ਹਾਂ ਦੀਆਂ ਕਾਲ ਰਿਕਾਰਡਿੰਗ ਰੋਜ਼ ਆਉਂਦੀਆਂ ਨੇ, ਕਿਹਦੀਆਂ ਨਹੀਂ ਆਈਆਂ, ਹਰ ਇੱਕ ਦੀਆਂ ਆਉਂਦੀਆਂ ਨੇ। ਚਲੋ ਉਹ ਗੱਲ ਅੱਗੇ ਜਾਂਦੀ ਆ। ਹੁਣ ਹਰਮਿੰਦਰ ਗਿੱਲ ਦੀ ਇੱਕ ਜਿਹੜੀ ਰਿਪੋਰਟ ਹੈ, ਇੱਕ ਅਖਬਾਰ ਦੇ ਜ਼ਰੀਏ ਹਵਾਲੇ ਨਾਲ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਜੀ। ਉਸ ਵਿੱਚ ਕਹਿੰਦੇ ਨੇ ਕਿ ਉਹਨਾਂ ਨੇ 10 ਸਾਲ ਪਹਿਲਾਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਵਿੱਚ ਇੱਕ ਕੋਠੀ ਖਰੀਦੀ ਹੈ ਜੀ। ਉਸ ਕੋਠੀ ਦੇ ਵਿੱਚ ਉਹਨਾਂ ਦਾ ਮੀਟਰ ਦਾ ਰਿਕਾਰਡ ਜਿਹੜਾ ਸੀ ਉਹ ਜਸਵਿੰਦਰ ਸਿੰਘ ਦੇ ਨਾਮ ਤੇ ਸੀ ਜੀ। ਤੇ ਹਰਮਿੰਦਰ ਗਿੱਲ ਨੇ ਜਦੋਂ ਕੋਠੀ ਖਰੀਦੀ, ਕਨੈਕਸ਼ਨ ਆਪਣੇ ਨਾਂ ਕਰਵਾਉਣ ਲਈ ਤੇ ਕਨੈਕਸ਼ਨ ਦਾ ਲੋਡ 2 ਕਿਲੋਵਾਟ ਤੋਂ 11 ਕਿਲੋਵਾਟ ਕਰਨ ਲਈ 17,000 ਰੁਪਏ ਦੀ ਸਰਕਾਰੀ ਫੀਸ ਜਿਹੜੀ ਹੈ ਉਹ ਮਹਿਕਮੇ ਨੂੰ ਦੇ ਦਿੱਤੀ ਕਿ ਮੇਰਾ ਲੋਡ ਅੱਜ ਤੋਂ ਇੰਨਾ ਕਰ ਦਿਓ ਤੇ ਆਹ ਮੀਟਰ ਵੀ ਮੇਰੇ ਨਾਂ ਕਰ ਦਿੱਤਾ ਜਾਵੇ ਜੀ। ਮਹਿਕਮੇ ਦੇ ਜਿਸ ਤਰ੍ਹਾਂ ਦੇ ਕੰਮ ਨੇ, ਸਿਰਫ 10 ਸਾਲਾਂ ਦੇ ਵਿੱਚ ਜਿਹੜਾ ਸੀ ਉਹ ਮੀਟਰ ਤੇ ਨਾਮ ਹੋ ਗਿਆ ਜਾਂ ਨਹੀਂ ਹੋਇਆ, ਇਸ ਗੱਲ ਦਾ ਨਹੀਂ ਪਤਾ। ਪਰ ਉਹ 2 ਕਿਲੋਵਾਟ ਤੋਂ ਲੋਡ ਵਧਾ ਕੇ 10 ਕਿਲੋਵਾਟ ਜਾਂ 11 ਕਿਲੋਵਾਟ ਕਾਗਜ਼ਾਂ ਦੇ ਵਿੱਚ ਜਾਂ ਜਿਵੇਂ ਵੀ ਜੋ ਵੀ ਤਕਨੀਕੀ ਤੌਰ ਤੇ ਉੱਥੇ ਚਾਹੀਦਾ ਸੀ ਉਹ ਨਹੀਂ ਕੀਤਾ। ਉਸ ਦਾ ਨਤੀਜਾ ਇਹ ਹੋਇਆ ਕਿ ਲੱਖਾਂ ਦੇ ਬਿੱਲ ਹਰਮਿੰਦਰ ਗਿੱਲ ਦਾ ਆਉਣ ਲੱਗ ਪਿਆ ਤੇ ਪਿਛਲਾ ਬਿੱਲ ਜਿਹੜਾ ਸੀ ਉਹ 19,85,000 ਰੁਪਏ ਪਿਛਲੇ ਮਹੀਨੇ ਜਿਹੜਾ ਜਾਰੀ ਹੋਇਆ ਹਰਮਿੰਦਰ ਗਿੱਲ ਨੂੰ,
ਉਹ 2 ਕਿਲੋਵਾਟ ਵਾਲੀ ਸਕੀਮ ਦੇ ਤਹਿਤ ਉਹਨਾਂ ਦਾ ਬਿੱਲ ਜਿਹੜਾ ਹੈ ਉਹ ਮੁਆਫ ਹੋ ਗਿਆ ਜੀ। ਤੇ ਨਵਾਂ ਬਿੱਲ ਜਿਹੜਾ ਹੈ ਉਹਨਾਂ ਨੇ ਤਕਰੀਬਨ 1 ਲੱਖ ਤੋਂ ਥੋੜਾ ਜਿਹਾ ਉੱਪਰ ਹੈ, ਉਹ ਹੁਣ ਭਰਨਗੇ ਉਹ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਹਰਮਿੰਦਰ ਗਿੱਲ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਕਹੇ ਦੇਖੋ ਮੈਂ ਤੇ ਅਰਜ਼ੀ ਦਿੱਤੀ ਹੋਈ ਹੈ, ਮੇਰੇ ਕੋਲ ਰਸੀਦ ਹੈ, ਮੈਂ ਫੀਸ ਤਾਰੀ ਹੋਈ ਹੈ, ਜੇ ਮਹਿਕਮੇ ਨੇ ਆਪਣਾ ਕੰਮ ਨਹੀਂ ਕੀਤਾ ਤਾਂ ਮੈਨੂੰ ਕੀ ਪਤਾ ਭਾਈ। ਬਿਲਕੁਲ। ਤੁਸੀਂ ਦੇਖੋ ਇਹ ਹੁਣ ਇਸ ਗੱਲ ਦਾ ਜਵਾਬ ਦੇ ਕੌਣ ਹੈ? ਮਹਿਕਮੇ ਦੀ ਨਾਲਾਇਕੀ ਹੈ ਜਾਂ ਸਰਕਾਰਾਂ ਦੀ ਨਾਲਾਇਕੀ ਹੈ? ਜੀ। ਸਰਕਾਰ ਦੇ ਵਿੱਚ ਰਹਿੰਦੇ ਹੋਏ ਜੋ ਕੰਮ ਅਕਾਲੀਆਂ ਨੇ ਜਾਂ ਕਾਂਗਰਸੀਆਂ ਨੇ ਪਿਛਲੇ ਸਾਲਾਂ ਵਿੱਚ ਕੀਤਾ ਹੈ, ਇਹ ਜਵਾਬ ਦੇ ਕੌਣ ਹੈ ਉਸ ਗੱਲ ਦਾ? ਬਿਲਕੁਲ। ਮਹਿਕਮਾ ਜੇ ਇਸ ਤਰ੍ਹਾਂ ਦਾ, ਜੇ ਮਹਿਕਮੇ ਕੋਲ ਸਟਾਫ ਨਹੀਂ ਹੈ, ਜੇ ਮਹਿਕਮੇ ਨੇ ਇੰਨੀ ਵੱਡੀ ਕੁਤਾਹੀ ਕੀਤੀ ਹੈ ਤੇ ਇੰਨਾ ਖਜ਼ਾਨੇ ਦਾ ਜਿਹੜਾ ਬੋਝ ਪਏਗਾ ਖਜ਼ਾਨੇ ਤੇ, ਹੋਰ ਕਿੰਨੇ ਕੇਸ ਇਹੋ ਜਿਹੇ ਹੋਣਗੇ, ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਤੇ ਕੌਣ ਭੁਗਤੇਗਾ? ਕੋਈ ਜਵਾਬ ਨਹੀਂ ਹੈ ਇਸ ਗੱਲ ਦਾ। ਇਹ ਜਿਹੜਾ ਇੱਕ ਵੱਡਾ ਬਿੱਲ ਇਸ ਤਰ੍ਹਾਂ 2 ਕਿਲੋਵਾਟ ਸਕੀਮ ਦੇ ਤਹਿਤ ਵਿਧਾਇਕ ਸਾਹਿਬ ਦਾ ਮਾਫ ਹੋਇਆ, ਹੋਰ ਪਤਾ ਨਹੀਂ ਕਿਹਦੇ ਕਿਹਦੇ ਹੋਣਗੇ। ਮਹਿਕਮੇ ਨੇ ਇਹੋ ਜਿਹੀਆਂ ਗੱਲਾਂ ਉਜਾਗਰ ਤੇ ਹੋਣ ਨਹੀਂ ਦੇਣੀਆਂ। ਖੈਰ ਇਹ ਸਾਹਮਣੇ ਆ ਗਈ ਹੈ, ਪਰ ਦੇਖੋ ਇਹ ਸਾਡੇ ਦੇਸ਼ ਦੇ ਵਿੱਚ ਕਿਹੋ ਜਿਹੇ ਕੰਮ ਨੇ ਕਿ ਕਿਵੇਂ ਜਿਹੜਾ ਹੈ ਇਹ ਚੋਰ ਮੂਰੀਆਂ ਜਿਹੜੀਆਂ ਨੇ ਰੱਖੀਆਂ ਹੋਈਆਂ ਨੇ ਮਹਿਕਮੇ ਨੇ, ਤੇ ਕੰਮ ਕੀਤੇ ਨਹੀਂ ਜਾਂਦੇ ਸਮੇਂ ਸਿਰ, ਤੇ ਘਾਟਾ ਜਿਹੜਾ ਹੈ ਫਿਰ ਜੋ ਵਿਅਕਤੀ ਜਿਹੜਾ ਬਿੱਲ ਦੇ ਰਿਹਾ ਉਹਦੀ ਜੇਬ ਤੇ ਪੈਣਾ ਤੇ ਸਰਕਾਰੀ ਖਜ਼ਾਨੇ ਨੂੰ ਝੂਨਾ ਲੱਗਣਾ। ਜੀ ਜੀ ਬਿਲਕੁਲ ਕੁਲਦੀਪ ਜੀ। ਆਮ ਲੋਕ ਜਿਹੜੇ ਇਸ ਦਾ ਖਮਿਆਜ਼ਾ ਭੁਗਤਦੇ ਨੇ ਜਦੋਂ ਉਹ ਵੱਡੇ ਐਮਐਲਏ ਜਾਂ ਐਮਪੀਜ਼ ਜਿਹੜੇ ਉਹ ਤਾਂ ਇੱਕ ਪਾਸੇ ਹੋ ਕੇ ਬਹਿ ਜਾਂਦੇ ਨੇ ਕਿਉਂਕਿ ਪਤਾ ਸਰਕਾਰ ਤਾਂ ਸਾਡੀ ਆਪਣੀ ਹੈ। ਤੇ ਜੇ ਅਸੀਂ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਉਹਨਾਂ ਦੀ ਵੀ ਆਪਣੀ ਸਰਕਾਰ ਸੀ ਤੇ ਬਹੁਤ ਕੁਝ ਹੋ ਗਿਆ। 2 ਸੰਵਿਧਾਨ ਦਾ ਮੁੱਦੇ ਦੀ ਜੇ ਅਸੀਂ ਗੱਲ ਕਰ ਲਈਏ ਤੇ ਸੁਖਬੀਰ ਸਿੰਘ ਬਾਦਲ ਤੇ ਦਿਲਜੀਤ ਸਿੰਘ ਚੀਮਾ ਉਹਨਾਂ ਨੂੰ ਪੇਸ਼ੀ ਲਈ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਜਾਣਾ ਪਿਆ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀ ਉਮਰ ਦਾ ਹਵਾਲਾ ਦਿੰਦੇ ਹੋਏ ਛੋਟ ਦੇ ਦਿੱਤੀ ਗਈ ਸੀ, ਪਰ ਹੁਣ ਕਹਿੰਦੇ ਨੇ ਕਿ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਚੱਕਰ ਲਾਣੇ ਪੈਣ। ਕੀ ਕਹਿਣਾ ਚਾਹੋਗੇ? ਹੁਸ਼ਿਆਰਪੁਰ ਦੇ ਇੱਕ ਬਜ਼ੁਰਗ ਸਿਆਸਤਦਾਨ ਨੇ ਬਲਵੰਤ ਸਿੰਘ ਖੇੜਾ ਜੀ ਮਾਲਟਾ ਕਿਸ਼ਤੀ ਕਾਂਡ ਦੇ ਮਾਮਲੇ ਦੇ ਵਿੱਚ ਜੋ ਸਰਕਾਰ ਨੇ, ਪੰਜਾਬ ਸਰਕਾਰ ਨੇ ਜਾਂਚ ਕਮਿਸ਼ਨ ਬਿਠਾਇਆ ਸੀ, ਉਸ ਦੇ ਵਿੱਚ ਵੀ ਸਨ। ਪੰਜਾਬ ਦੇ ਨੌਜਵਾਨਾਂ ਨੇ ਕਿਵੇਂ ਵਿਦੇਸ਼ ਜਾਣ ਦੀ ਲਾਲਸਾ ਦੇ ਵਿੱਚ ਸਮੁੰਦਰ ਦੇ ਵਿੱਚ ਜਾਨਾਂ ਗਵਾ ਲਈਆਂ ਸਨ, ਉਸ ਕੇਸ ਦੀ ਜਾਂਚ ਉਹਨਾਂ ਨੇ ਕੀਤੀ ਹੈ। ਬਲਵੰਤ ਸਿੰਘ ਖੇੜਾ ਨੇ ਉਹਨਾਂ ਨੇ ਇੱਕ ਕੇਸ ਦਾਇਰ ਜਿਹੜਾ ਅਕਾਲੀ ਦਲ ਤੇ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਕੀਤਾ ਹੋਇਆ। ਉਸ ਕੇਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਜ਼ਮਾਨਤ ਤੇ ਨੇ ਔਰ ਦਲਜੀਤ ਸਿੰਘ ਚੀਮਾ ਵੀ ਅਦਾਲਤ ਵਿੱਚ ਪੇਸ਼ ਹੋ ਚੁੱਕੇ ਨੇ 2 ਸਾਲ ਪਹਿਲਾਂ। ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸਮਨ ਜਾਰੀ ਹੋ ਗਏ ਨੇ ਤੇ ਨਵੰਬਰ ਮਹੀਨੇ ਉਹਨਾਂ ਨੂੰ ਜਿਹੜਾ ਹੈ ਅਦਾਲਤ ਵਿੱਚ ਪੇਸ਼ ਹੋਣ ਲਈ ਆਖਿਆ ਗਿਆ। ਦਲਜੀਤ ਸਿੰਘ ਚੀਮਾ ਨੇ ਹਾਲਾਂਕਿ ਆਖ ਦਿੱਤਾ ਹੈ ਕਿ ਸਾਡੇ ਕੋਲ ਛੋਟ ਹੈ ਕਿ ਉਮਰ ਦਾ ਤਕਾਜ਼ੇ ਨੂੰ ਜਿਹੜਾ ਸਾਹਮਣੇ ਰੱਖਦੇ ਹੋਏ ਉਹਨਾਂ ਨੂੰ ਜਿਹੜਾ ਹੈ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਦਿੱਤੀ ਹੋਈ ਹੈ ਅਦਾਲਤ ਨੇ ਖੁਦ। ਮਾਮਲਾ ਇਹ ਹੈ ਕਿ ਅਕਾਲੀ ਦਲ ਦੇ 2 ਸੰਵਿਧਾਨ ਨੇ। ਸਰ ਬਲਵੰਤ ਸਿੰਘ ਖੇੜਾ ਜੋ ਸ਼ਿਕਾਇਤ ਕਰਤਾ ਨੇ, ਉਹਨਾਂ ਨੇ ਇਹ ਆਖਿਆ ਹੈ ਕਿ ਅਕਾਲੀ ਦਲ ਦੇ 2 ਸੰਵਿਧਾਨ ਨੇ। ਇੱਕ ਤੇ ਇਹ ਹੈ ਕਿ ਜਿਹੜਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦਿੱਤਾ ਹੋਇਆ, ਪਾਰਟੀ ਜਿਹੜੀ ਚੋਣਾਂ ਲੜਦੀ ਹੈ, ਲੋਕ ਸਭਾ ਹੈ, ਵਿਧਾਨ ਸਭਾ ਹੈ ਜਾਂ ਹੋਰ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਨੇ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹੇਠ ਆਉਂਦੀਆਂ ਨੇ। ਸੋ ਗੁਰਦੁਆਰਾ ਚੋਣ ਕਮਿਸ਼ਨ ਹੈ ਜਿਹੜਾ, ਜਿਸ ਦੇ ਤਹਿਤ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ, ਉਹਨਾਂ ਵਾਸਤੇ ਵੀ ਇੱਕ ਸੰਵਿਧਾਨ ਜਿਹੜਾ ਦਿੱਤਾ ਜਾਣਾ ਹੁੰਦਾ ਹੈ। ਉਹ ਇੱਕ ਵੱਖਰਾ ਸੰਵਿਧਾਨ ਹੈ ਅਕਾਲੀ ਦਲ ਦਾ, ਤੇ ਜਿਹੜਾ ਉਧਰ ਦਿੱਤਾ ਹੋਇਆ ਉਹ ਇੱਕ ਵੱਖਰਾ ਹੈ। ਤੇ ਪਾਰਟੀ ਜਦ ਕਿ ਇੱਕੋ ਹੀ ਹੈ, ਚੋਣ ਨਿਸ਼ਾਨ ਵੀ ਇੱਕੋ ਹੀ ਹੈ, ਸਭ ਕੁਝ ਇੱਕ ਹੈ। ਬਿਲਕੁਲ। ਤੇ ਉਹਨਾਂ ਦੇ ਸੰਵਿਧਾਨ ਤੋਂ ਕਿਉਂ ਵੱਖ-ਵੱਖ ਨੇ? ਇਸ ਮਾਮਲੇ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦੇ ਨੇ ਕਿ ਅਸੀਂ ਹੁਣ ਸੁਪਰੀਮ ਕੋਰਟ ਜਾਵਾਂਗੇ, ਸਾਡੀ ਇੱਥੇ ਸੁਣਵਾਈ ਚੰਗੀ ਤਰ੍ਹਾਂ ਨਹੀਂ ਹੋ ਰਹੀ। ਉਹਨਾਂ ਨੇ ਤਾਂ ਸਪਸ਼ਟ ਕੀਤਾ ਕਿ ਦੇਖੋ ਅਸੀਂ ਜੇ ਨਿਰੋਲ ਧਾਰਮਿਕ ਪਾਰਟੀ ਬਣਾ ਕੇ ਇਲੈਕਸ਼ਨਾਂ ਲੜਨੀਆਂ ਚਾਹੀਏ, ਲੋਕ ਸਭਾ ਜਾਂ ਵਿਧਾਨ ਸਭਾ ਤੇ ਅਸੀਂ ਲੜ ਨਹੀਂ ਸਕਦੇ ਕਿਉਂਕਿ ਕਾਨਸਟੀਟਿਊਸ਼ਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਧਰਮ ਦੇ ਆਧਾਰ ਤੇ ਹੀ ਕੋਈ ਨਿਰੀਪੁਰੀ ਪਾਰਟੀ ਬਣਾ ਕੇ ਤੇ ਇਲੈਕਸ਼ਨਾਂ ਲੜੀਆਂ ਜਾਣ। ਇਸ ਦੇ ਵਿੱਚ ਕੁਝ ਲਫ਼ਜ਼ ਜਿਹੜੇ ਨੇ ਸਾਨੂੰ ਧਰਮ ਨਿਰਪੱਖ ਹੋਣ ਦੇ, ਸਮਾਜਵਾਦ, ਇਹੋ ਜਿਹੇ ਲਫ਼ਜ਼ ਜਿਹੜੇ ਨੇ ਸਾਨੂੰ ਜੋੜਨੇ ਪੈਂਦੇ ਨੇ ਤਾਂ ਕਿ ਇਲੈਕਸ਼ਨ ਲੜਨ ਦੇ ਕਾਬਲ ਹੋ ਸਕੇ। ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਪਰ ਇਸ ਮਾਮਲੇ ਦੇ ਵਿੱਚ ਕੋਈ ਬਹੁਤਾ ਕਲੀਅਰ ਕੱਟ ਜਵਾਬ ਜਿਹੜਾ ਅਕਾਲੀ ਦਲ ਦਾ ਨਹੀਂ ਹੈ। ਜਾਣਨ ਦੀ ਕੋਸ਼ਿਸ਼ ਆਉਣ ਵਾਲੇ ਦਿਨਾਂ 'ਚ ਕਰਾਂਗੇ ਅਸੀਂ, ਪਰ ਅਜੇ ਤੱਕ ਇਹ ਥੋੜਾ ਜਿਹਾ ਅਕਾਲੀ ਦਲ ਨੂੰ ਇਹ ਸਥਿਤੀ ਜਿਹੜੀ ਇਹੋ ਜਿਹੀ ਬਣੀ ਹੋਈ ਹੈ। ਉਹਨਾਂ ਨੇ ਕਿਹਾ ਕਿ ਦੇਖੋ ਸ਼੍ਰੋਮਣੀ ਕਮੇਟੀ ਦੇ ਵਿੱਚ ਸਾਡਾ ਜਿਹੜਾ ਸਿਸਟਮ ਹੈ, ਪਤਾ ਹੈ ਕਿ ਅਕਾਲੀ ਦਲ ਦਾ ਕੰਮ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਚੋਣਾਂ ਦੇ ਵਿੱਚ ਅਸੀਂ ਹਿੱਸਾ ਲੈਣਾ ਹੁੰਦਾ ਹੈ, ਪਰ ਸਾਰਾ ਮਿਕਸਅਪ ਹੈ। ਸਾਰਿਆਂ ਨੂੰ ਪਤਾ ਹੈ ਕਿ ਬਹੁਤ ਵਾਰੀ ਅਜਿਹਾ ਹੁੰਦਾ ਕਿ ਜੋ ਕਈ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਹੁੰਦੇ ਨੇ, ਉਦਾਹਰਨ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਹੈ ਬੀਬੀ ਜਗੀਰ ਕੌਰ ਹੈ, ਉਹ ਐਮਐਲਏ ਵੀ ਰਹੇ ਨੇ। ਇਸੇ ਤਰ੍ਹਾਂ ਹੋਰ ਕਈ ਮੈਂਬਰ ਜਿਹੜੇ ਨੇ ਉਹ ਐਮਐਲਏ ਰਹਿ ਚੁੱਕੇ ਨੇ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਅਦਰਵਾਈਜ਼ ਸ਼ਾਮਲ ਹੁੰਦੇ ਨੇ। ਤੇ ਹੁਣ ਕਈ ਜਿਹੜੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਨੇ ਉਹ ਚਾਹਤ ਰੱਖਦੇ ਨੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਹੈ ਅਕਾਲੀ ਦਲ ਦੀ ਟਿਕਟ ਜਿਹੜੀ ਹੈ ਮਿਲ ਜਾਵੇ। ਤੇ ਇਸ ਤਰ੍ਹਾਂ ਇਹ ਹੈ ਤੇ ਮਿਕਸਅਪ ਹੈ।
ਇਸ ਨੂੰ ਕਲੀਅਰ ਕੀਤਾ ਜਾਵੇ, ਜਾਂ ਤੇ ਅਕਾਲੀ ਦਲ ਜਿਹੜਾ ਹੈ ਉਹ 2 ਆਪਣੇ ਅਕਾਲੀ ਦਲ ਜਿਹੜੇ ਆ ਬਣਾ ਲਵੇ ਜੀ। ਪਰ ਅਜਿਹਾ ਕਰਨ ਵਾਲੇ ਨਹੀਂ, ਕਿਉਂਕਿ ਸਰਪ੍ਰਸਤੀ ਜਿਹੜੀ ਆ ਉਹ ਇੱਕ ਵਿਅਕਤੀ ਦੀ ਰੱਖਣ ਦੀ ਕੋਸ਼ਿਸ਼ ਹਮੇਸ਼ਾ ਰਹੀ ਹੈ। ਬਾਦਲ ਪਰਿਵਾਰ ਦੀ ਸਰਪ੍ਰਸਤੀ ਹੈ, ਚਾਹੇ ਉਹ ਜਿਹੜੀ ਜਿਹਨੇ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਪਾਰਟਿਸਿਪੇਟ ਕਰਨਾ, ਚਾਹੇ ਉਹ ਅਕਾਲੀ ਦਲ ਹੋਵੇ ਤੇ ਚਾਹੇ ਜੇ ਸ਼੍ਰੋਮਣੀ ਕਮੇਟੀ ਵਾਲਾ ਹੋਵੇ, ਹੁਕਮ ਤੇ ਦਿੱਲੀ ਤੱਕ ਚੱਲਦਾ ਹੈ ਇਸ ਫੈਮਿਲੀ ਦਾ। ਸੋ ਇਸ ਕਰਕੇ ਉਸ ਸਰਪ੍ਰਸਤੀ ਨੂੰ ਨਾ ਛੱਡਣ ਦੀ ਕੋਸ਼ਿਸ਼ ਦੇ ਵਿੱਚ ਇਹ ਸੰਵਿਧਾਨ ਵਾਲਾ ਰੌਲਾ ਕਚੌਲਾ ਜਿਹਾ ਜਿਹੜਾ ਪਾ ਲਿਆ, ਇਸ ਦਾ ਜਵਾਬ ਅਦਾਲਤ ਵਿੱਚ ਦੇਣਾ ਪੈ ਸਕਦਾ। ਪਰ ਅਜੇ ਲੰਬੀ ਚੱਲਣ ਵਾਲੀ ਖਿੱਚੋਤਾਣ ਹੈ, ਇਸ ਵਿੱਚ ਕੋਈ ਸੋਲਿਡ ਛੇਤੀ ਜਵਾਬ ਕੋ ਆ ਜਾਵੇ ਇਸ ਬਾਰੇ ਕੁਝ ਕਹਿ ਨਹੀਂ ਸਕਦੇ। ਜੀ ਕੁਲਦੀਪ ਜੀ, ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਕੁਲਦੀਪ ਜੀ, ਜੇ ਹੁਣ ਅਸੀਂ ਗੱਲ ਕਰ ਲਈਏ ਸੁਨੀਲ ਜਾਖੜ ਦੀ, ਤਾਂ ਪਹਿਲਾਂ ਤਾਂ ਜੋ ਉਹ ਬੋਲਦੇ ਸੀ ਪਰ ਹੁਣ ਅੱਜ ਕੱਲ੍ਹ ਉਹਨਾਂ ਦੇ ਵੀ ਰੰਗ ਕਦੀ ਗੁੱਸੇ ਵਾਲੇ ਤੇ ਕਦੀ ਪਿਆਰ ਵਾਲੇ ਤੇ ਕਦੀ ਨਫ਼ਰਤ ਵਾਲੇ ਨਜ਼ਰ ਆਉਂਦੇ ਨੇ। ਵੱਖਰੇ ਰੰਗਾਂ ਦੇ ਵਿੱਚ ਸਾਨੂੰ ਸੁਨੀਲ ਜਾਖੜ ਵੀ ਨਜ਼ਰ ਆ ਰਹੇ ਨੇ। ਜਾਂ ਸ਼ਾਇਦ ਇਹ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਨਾਰਾਜ਼ ਸੀ ਤੇ ਉਹਨਾਂ ਨੂੰ ਮਨਾਉਣ ਦੀਆਂ ਕਵਾਇਦਾਂ ਸ਼ੁਰੂ ਹੋ ਗਈਆਂ ਸੀ ਤੇ ਕਿਧਰੇ ਨਾ ਕਿਧਰੇ ਜਾ ਕੇ ਸੁਨੀਲ ਜਾਖੜ ਸ਼ਾਇਦ ਇਹ ਸੋਚਦੇ ਹੋਣ ਕਿ ਜੇ ਉਹ ਵੀ ਆਪਣਾ ਗੁੱਸਾ ਜ਼ਾਹਿਰ ਕਰਨਗੇ ਤਾਂ ਉਹਨਾਂ ਨੂੰ ਵੀ ਕਿਧਰੇ ਨਾ ਕਿਧਰੇ ਮਨਾਇਆ ਜਾਵੇਗਾ। ਤੁਹਾਨੂੰ ਕੀ ਲੱਗਦਾ ਕਿ ਸੁਨੀਲ ਜਾਖੜ ਸਾਹਿਬ ਦੇ ਗੁੱਸੇ ਦਾ ਕੀ ਕਾਰਨ ਹੈ? ਕੀ ਕਾਰਨ ਇਹੋ ਜਿਹੇ ਨੇ ਜਿਨ੍ਹਾਂ ਕਰਕੇ ਉਹ ਰੋਜ਼ ਕਦੀ ਕੋਈ ਤੇ ਕਦੀ ਕੋਈ ਬਿਆਨ ਦਿੰਦੇ ਨੇ? ਦੇਖੋ ਹਰਪ੍ਰੀਤ ਜੀ, ਗੱਲ ਇਹ ਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੂੰ PPCC ਦਾ ਪ੍ਰੈਜ਼ੀਡੈਂਟ ਬਣਾਇਆ ਗਿਆ ਜੀ, ਤਾਂ ਸੁਨੀਲ ਜਾਖੜ ਨੂੰ ਹਟਾਇਆ ਗਿਆ। ਸੁਨੀਲ ਜਾਖੜ ਮੈਂ ਤਾਂ ਨਹੀਂ ਕਹਿ ਸਕਦੇ ਖੁਸ਼ੀ ਸਾਈਡ ਤੇ ਹੋ ਗਏ। ਬਿਲਕੁਲ ਉਸ ਮੌਕੇ ਤੇ ਨਵਜੋਤ ਸਿੰਘ ਸਿੱਧੂ ਨੇ ਸਾਰਾ ਪ੍ਰੋਗਰਾਮ ਹਾਈਜੈਕ ਕਰ ਲਿਆ ਜੀ। ਭਾਵੇਂ ਉਸ ਪ੍ਰੋਗਰਾਮ ਦੇ ਵਿੱਚ ਜਿਹੜੇ ਮੁੱਖ ਬੁਲਾਰੇ ਸਨ ਉਹਨਾਂ ਵਿੱਚ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਸਨ ਜੀ। ਜ਼ਾਹਰਾ ਤੌਰ ਤੇ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਬੋਲੇ ਨੇ, ਉਹਨਾਂ ਨੇ ਇਹੋ ਹੀ ਉਮੀਦ ਸੀ ਕਿ ਸਾਰਿਆਂ ਤੋਂ ਤਿੱਖਾ ਭਾਸ਼ਣ ਉਹਨਾਂ ਦਾ ਹੋਵੇਗਾ ਜੀ। ਸੁਨੀਲ ਜਾਖੜ ਨੇ ਜਿਹੜੇ ਉਸ ਵੇਲੇ ਉੱਥੇ ਗੱਲਾਂ ਕੀਤੀਆਂ, ਉਹ ਉਹਨਾਂ ਦੀ ਫਰਸਟ੍ਰੇਸ਼ਨ ਦੇ ਤੌਰ ਤੇ ਵਿਖੀਆਂ ਗਈਆਂ। ਬਿਲਕੁਲ, ਹਾਲਾਂਕਿ ਬੜਾ ਇੰਟੈਲੈਕਚੁਅਲ ਭਾਸ਼ਣ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਪਰ ਉਸ ਤੋਂ ਬਾਅਦ ਜਿਵੇਂ ਸਥਿਤੀ ਬਣੀ ਹੈ, ਸ਼ਾਇਦ ਉਹ ਜ਼ਿਆਦਾ ਖੁਸ਼ ਉਦੋਂ ਦੇਖੇ ਗਏ ਜਦੋਂ ਕੁਝ ਘੰਟਿਆਂ ਵਾਸਤੇ ਉਹਨਾਂ ਦਾ ਨਾਮ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰਾਂ ਵਜੋਂ ਸਭ ਤੋਂ ਉੱਪਰ ਨਜ਼ਰ ਆਇਆ। ਔਰ ਉਹ ਬੀਬੀ ਅੰਬਿਕਾ ਸੋਨੀ ਨੇ ਜਿਹੜਾ ਸੀ ਕੁਰਸੀ ਦੇ ਥੱਲਿਓਂ ਜਿਹੜਾ ਸੀ ਉਹਨਾਂ ਨੂੰ ਹਿਲਾ ਦਿੱਤਾ ਤੇ ਇੱਕ ਲੱਤ ਖਿੱਚ ਲਈ, ਇਹ ਕਹਿ ਕੇ ਕਿ ਸਿੱਖ ਚਿਹਰਾ ਹੀ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਚਾਹੀਦਾ। ਜ਼ਾਹਿਰਾ ਤੌਰ ਤੇ ਸਿੱਖ ਚਿਹਰਾ ਨਹੀਂ ਸੀ ਸੁਨੀਲ ਜਾਖੜ। ਸੁਨੀਲ ਜਾਖੜ ਇਹ ਵੀ ਕਹਿੰਦੇ ਸੁਣੇ ਗਏ ਕਿ ਭਾਵੇਂ ਮੈਂ ਪੱਗ ਨਹੀਂ ਬੰਨੀ ਹੋਈ ਜਾਂ ਅੰਮ੍ਰਿਤਧਾਰੀ ਨਹੀਂ ਹੈ, ਪਰ ਮੈਨੂੰ ਪੂਰੀ ਜਾਣਕਾਰੀ ਹੈ, ਪੂਰਾ ਸਤਿਕਾਰ ਕਰਦਾ, ਜਿਹੜੇ ਕਈ ਹੋਰ ਨੇ ਮੈਂ ਉਹਨਾਂ ਨਾਲੋਂ ਕਾਫੀ ਨਾਲੋਂ ਵੱਧ ਜਾਣਕਾਰੀ ਮੈਨੂੰ। ਖੈਰ ਇਹ ਫਰਸਟ੍ਰੇਸ਼ਨ ਫਿਰ ਉਹਨਾਂ ਦੀ ਫਿਰ ਹੌਲੀ ਨਿਕਲ ਕੇ ਸਾਹਮਣੇ ਆਉਣ ਲੱਗੀ ਜੀ। ਹੁਣ ਉਹਨਾਂ ਕੋਲ ਨਾ ਤੇ PPCC ਦਾ ਅਹੁਦਾ ਰਿਹਾ ਤੇ ਨਾ ਉਹਨਾਂ ਕੋਲ ਮੁੱਖ ਮੰਤਰੀ ਵਾਲੀ ਕੁਰਸੀ ਉਹਨਾਂ ਦੇ ਹੱਥ ਆਈ। ਉਹ ਇੱਕ ਦੇ ਕੋਲੋਂ ਖਿਸਕੀ, ਦੂਸਰੇ ਕੋਲੋਂ ਖਿਸਕੀ ਤੇ ਅਖੀਰ ਚਰਨਜੀਤ ਸਿੰਘ ਚੰਨੀ ਦੀ ਝੋਲੀ ਆ ਪਈ ਜੀ। ਚਰਨਜੀਤ ਸਿੰਘ ਚੰਨੀ ਦੇ ਬਾਰੇ ਵੀ ਕੁਝ ਨਾ ਕੁਝ ਉਹ ਕਹਿੰਦੇ ਰਹਿੰਦੇ ਨੇ, ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਬਾਰੇ ਵੀ ਕੁਝ ਨਾ ਕੁਝ ਬੋਲਦੇ ਰਹਿੰਦੇ ਨੇ, ਟਕੋਰਾਂ ਜਿਹੀਆਂ ਕਰਦੇ ਨੇ ਜੀ। ਉਹਨਾਂ ਨੇ ਕੋਈ ਸੋਲਿਡ ਗੱਲ ਨਹੀਂ ਕੀਤੀ, ਸੱਚ ਪੁੱਛੋ ਤਾਂ ਜੀ। ਉਹਨਾਂ ਨੇ ਕੁਝ ਦਿਨ ਪਹਿਲਾਂ ਆਖਿਆ ਸੀ ਕਿ ਦਿੱਲੀ ਵਾਲਾ ਮੁੱਖ ਮੰਤਰੀ ਪੰਜਾਬ ਵਿੱਚ ਤੇ ਪੰਜਾਬ ਵਾਲਾ ਦਿੱਲੀ ਵਿੱਚ। ਹਾਂਜੀ, ਹੁਣ ਇਹ ਵੀ ਉਹਨਾਂ ਨੇ ਟਕੋਰ ਜਿਹੀ ਕੀਤੀ ਸੀ। ਕਦੇ ਇੰਗਲਿਸ਼ ਦੀਆਂ ਕੁਝ ਫਰੇਜ਼ਸ ਜਿਹੜੀਆਂ ਨੇ ਜਾਂ ਪੁਰਾਣੀਆਂ ਗੱਲਾਂ ਜਿਹੜੀਆਂ ਨੇ ਆਖੀਆਂ ਹੋਈਆਂ ਕਿਸੇ ਨੇ, ਉਹ ਵੀ ਸਾਹਮਣੇ ਕੱਢ ਕੇ ਲੈ ਆਉਂਦੇ ਨੇ, ਉਹ ਲਿਖਦੇ ਨੇ ਆਪਣੇ ਟਵਿੱਟਰ ਤੇ ਜੀ। ਤੇ ਹੁਣ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਉਹ ਵੀ ਇੱਕ ਕਿਸਮ ਦੀ ਉਹਨਾਂ ਨੇ ਪੰਜਾਬ ਸਰਕਾਰ ਦੇ, ਜਿਵੇਂ ਉਹ ਕਿਸੇ ਨੁਕਸ ਲੱਭਣ ਵਾਲੇ ਜਿਵੇਂ ਕੰਮ ਤੇ ਲੱਗੇ ਹੋਣ ਕਿ ਮੈਂ ਲੱਭਣਾ ਹੈ ਕਿ ਪੰਜਾਬ ਸਰਕਾਰ ਕਿਹੜੇ ਗਲਤ ਕੰਮ ਕਰ ਰਹੀ ਹੈ, ਉਵੇਂ ਉਹਨਾਂ ਨੇ ਕਿਹਾ ਕਿ 31 ਅਕਤੂਬਰ ਜਿਹੜਾ ਹੈ ਇੰਦਰਾ ਗਾਂਧੀ ਦੀ ਬਰਸੀ ਹੁੰਦੀ ਹੈ ਤੇ ਇਸ ਬਰਸੀ ਦੇ ਮੌਕੇ ਤੇ ਪੰਜਾਬ ਸਰਕਾਰ ਨੇ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ ਤੇ ਇੰਦਰਾ ਗਾਂਧੀ ਦੀ ਬਰਸੀ ਨੂੰ ਟੋਟਲ ਭੁਲਾ ਦਿੱਤਾ। ਇਸ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੁਆਰਾ ਪਿਛਲੀ ਬਰਸੀ ਦੇ ਮੌਕੇ ਤੇ ਇੱਕ ਇਸ਼ਤਿਹਾਰ ਦੀ ਕਾਪੀ ਜਿਹੜੀ ਆ ਉਹਨਾਂ ਨੇ ਨਾਲ ਆਪਣੇ ਟਵਿੱਟਰ ਤੇ ਸ਼ੋਅ ਕਰ ਦਿੱਤੀ ਕਿ ਨਾਲ ਕੈਪਟਨ ਸਾਹਿਬ ਨੂੰ ਲਿਖਤਾ ਕਿ ਮੈਂ ਦੇਖੋ ਇਹ ਤੁਹਾਡਾ ਪਿਛਲੀ ਵਾਰੀ ਵਾਲਾ ਪੋਸਟਰ ਸ਼ੇਅਰ ਕਰਨ ਦੀ ਇਜਾਜ਼ਤ ਲੈ ਰਿਹਾ ਤੁਹਾਡੇ ਕੋਲੋਂ ਜੀ। ਇੱਕ ਤਰ੍ਹਾਂ ਉਹਨਾਂ ਨੇ ਕੈਪਟਨ ਵਾਲੇ ਪਾਸੇ ਨੂੰ ਹਮਦਰਦੀ ਵੀ ਜ਼ਾਹਿਰ ਕੀਤੀ ਹੈ ਤੇ ਚੰਨੀ ਤੇ ਸਰਕਾਰ ਦਾ ਨੁਕਸ ਵੀ ਕੱਢਿਆ ਉਹਨਾਂ ਨੇ ਜੀ। ਖਾਸ ਗੱਲ ਇਹ ਹੈ
ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਜੇ ਉਹ ਸੋਚਦੇ ਇਹ ਹੋਣ ਕਿ ਜੇ ਨਵਜੋਤ ਸਿੰਘ ਸਿੱਧੂ ਆਪਣਾ ਗੁੱਸਾ ਕੱਢ ਸਕਦੇ ਨੇ ਤੇ ਉਹ ਮੈਂ ਕਿਉਂ ਨਾ ਕੱਢਾਂ, ਪਰ ਸਪਸ਼ਟ ਫਰਕ ਹੈ ਦੋਨਾਂ ਦੀ ਅਪਰੋਚ ਦੇ ਵਿੱਚ ਜੀ, ਵਾਜ਼ੇ ਫਰਕ ਹੈ। ਉਹ ਇਹ ਹੈ ਨਵਜੋਤ ਸਿੰਘ ਸਿੱਧੂ ਨੇ ਵਿਅਕਤੀਗਤ ਮੁੱਦਿਆਂ ਤੇ ਨਹੀਂ ਗੱਲ ਕੀਤੀ ਤੇ ਜ਼ਿਆਦਾ ਸੂਈ ਜਿਹੜੀ ਸੀ ਉਹ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਾਰਜਕਾਰੀ ਤੇ ਰੱਖੀ ਜੀ, ਤੇ ਮੁੱਦਿਆਂ ਦੀ ਗੱਲ ਕੀਤੀ, ਚਾਹੇ ਉਹ ਬਿਜਲੀ ਦਾ ਹੋਵੇ, ਟਰਾਂਸਪੋਰਟੇਸ਼ਨ ਦਾ ਹੋਵੇ, ਰੇਤਾ ਦਾ ਹੋਵੇ, ਸ਼ਰਾਬ ਦਾ ਹੋਵੇ, ਕੇਬਲ ਦਾ ਹੋਵੇ, ਜਿੰਨੇ ਵੀ ਮੁੱਦੇ ਹੋਣ, ਬੇਅਦਬੀ ਕਾਂਡ, ਗੋਲੀ ਕਾਂਡ, ਸਾਰਿਆਂ ਦੀ ਗੱਲ ਉਹਨਾਂ ਨੇ ਕੀਤੀ ਹੈ। ਇੱਥੇ ਸੁਨੀਲ ਜਾਖੜ ਜਿਹੜੇ ਨੇ ਉਹ ਗਲਤੀ ਕਰ ਰਹੇ ਨੇ। ਜੇ ਉਹ ਵਾਕਿਆ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ, ਉਹ ਛੋਟੀਆਂ ਟਕੋਰਾਂ ਕਰ ਰਹੇ ਨੇ, ਮੁੱਦਿਆਂ ਦੀ ਗੱਲ ਨਹੀਂ ਉਹ ਲੈ ਕੇ ਆ ਰਹੇ। ਜੇ ਉਹਨਾਂ ਨੇ ਉਹ ਸਟੇਟਸ ਹਾਸਲ ਕਰਨਾ ਹੈ ਨਵਜੋਤ ਸਿੰਘ ਸਿੱਧੂ ਵਾਲਾ, ਤੇ ਗੱਲ ਉਹਨਾਂ ਦੀ ਸੁਣੀ ਜਾਵੇ ਤੇ ਹਾਈ ਕਮਾਨ ਵੀ ਹਿੱਲ ਜਾਵੇ ਜਦੋਂ ਕੁਝ ਕਹਿਣ, ਤੇ ਜਦੋਂ ਅਸਤੀਫਾ ਦੇਣ ਤੇ ਰੌਲਾ ਪੈ ਜਾਵੇ, ਤੇ ਜਦੋਂ ਕੁਝ ਕਹਿਣ ਤੇ ਖਬਰ ਬਣ ਜਾਵੇ, ਇਸ ਸਟੇਟਸ ਨੂੰ ਹਾਸਲ ਕਰਨ ਲਈ ਉਹਨਾਂ ਨੂੰ ਫਿਰ ਪੈਂਤੜਾ ਬਦਲਣਾ ਪਏਗਾ। ਪਰ ਅਜੇ ਉਹ ਟਕੋਰਾਂ ਤੇ ਲੱਗੇ ਹੋਏ ਨੇ, ਇਕੱਲੇ ਉਹ ਨਹੀਂ ਲੱਗੇ ਹੋਏ, ਮਨੀਸ਼ ਤਿਵਾੜੀ ਵੀ ਲੱਗੇ ਹੋਏ ਨੇ, ਉਹਨਾਂ ਨੇ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ। ਪਰ ਸੁਨੀਲ ਜਾਖੜ ਦਾ ਕੁਝ ਹਿਸਾਬ ਕਿਤਾਬ ਹੋਰ ਤਰ੍ਹਾਂ ਦਾ ਹੈ। ਬਲਰਾਮ ਜਾਖੜ ਦੇ ਬੇਟੇ ਨੇ ਔਰ ਸਿਆਸਤਦਾਨ ਪਰਿਵਾਰ ਹੈ ਉਹ, ਉਹਨਾਂ ਵੱਲੋਂ ਜ਼ਿਆਦਾ ਮੈਚੋਰਿਟੀ ਜਿਹੜੀ ਹੈ ਉਹ ਉਸਦੀ ਉਮੀਦ ਕੀਤੀ ਜਾ ਰਹੀ ਹੈ। ਬਿਹਤਰ ਹੋਵੇਗਾ ਪੰਜਾਬ ਸਰਕਾਰ ਦੀ ਜੇ ਖਿਚਾਈ ਕਰਨੀ ਹੈ ਤੇ ਉਹ ਇਹਨਾਂ ਮੁੱਦਿਆਂ ਤੇ ਆਧਾਰਿਤ ਕਰਨ ਕਿ ਕਿਹੜੇ ਤੇ ਕੰਮ ਹੋ ਰਿਹਾ ਤੇ ਕਿਹੜੇ ਤੇ ਨਹੀਂ ਹੋ ਰਿਹਾ, ਤੇ ਸਪਸ਼ਟ ਦੱਸਣ ਲੋਕਾਂ ਨੂੰ। ਜਿਹੜਾ ਉਹਨਾਂ ਦਾ ਸੰਦੇਸ਼ ਟਵੀਟ ਪੜ੍ਹੇ ਉਹਨੂੰ ਪਤਾ ਲੱਗ ਜਾਵੇ ਕਿ ਇੱਥੇ ਸਰਕਾਰ ਦੀ ਖਿਚਾਈ ਕੀਤੀ ਹੈ ਤੇ ਇਸ ਮੁੱਦੇ ਤੇ ਕੀਤੀ ਹੈ। ਇਹ ਉਧਰ ਨੂੰ ਗਏ ਨੇ, ਇੱਧਰ ਨੂੰ ਗਏ ਨੇ, ਇਸ ਤਰ੍ਹਾਂ ਹੋ ਜਾਣਾ, ਜਾਂ ਫਰੇਜ਼ਸ ਕੱਢ ਕੇ ਅੰਗਰੇਜ਼ੀ ਦੀਆਂ, ਇਹਨਾਂ ਨਾਲ ਆਮ ਲੋਕਾਂ ਦਾ ਕੋਈ ਸਵਾਰ ਹੋਣ ਵਾਲਾ ਨਹੀਂ। ਜੀ ਕੁਲਦੀਪ ਜੀ, ਤੁਸੀਂ ਹੁਣੇ ਗੱਲ ਕੀਤੀ ਹੈ ਕਿ ਸੁਨੀਲ ਜਾਖੜ ਸਾਹਿਬ ਨੇ ਇੱਕ ਆਪਣੇ ਟਵਿੱਟਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੰਦਰਾ ਗਾਂਧੀ ਦੀ ਫੋਟੋ ਪਾ ਕੇ ਉਹਨਾਂ ਦੀ ਬਰਸੀ ਨੂੰ ਯਾਦ ਕੀਤਾ। ਉਹਨਾਂ ਦੀ ਬਰਸੀ ਨੂੰ ਤਾਂ ਯਾਦ ਕੀਤਾ 36 ਸਾਲ ਹੋ ਚੁੱਕੇ ਨੇ, ਪਰ ਜੇ ਅਸੀਂ ਕਹੀਏ ਤਾਂ ਉਦੋਂ ਹੀ ਇਹ 84 ਜਿਹੜਾ ਕਤਲੇਆਮ ਸੀਗਾ, ਜਾਂ ਇੰਦਰਾ ਗਾਂਧੀ ਦੀ ਬਰਸੀ ਤੋਂ ਬਾਅਦ, ਉਹਦੀ ਮੌਤ ਤੋਂ ਬਾਅਦ ਨਾਲ ਦੀ ਨਾਲ ਜੋ ਘਟਨਾਕ੍ਰਮ ਵਾਪਰਿਆ, ਬਹੁਤ ਸਾਰੇ ਸਿੱਖਾਂ ਦਾ ਕਤਲ ਕੀਤਾ ਗਿਆ, ਉਹਨੂੰ ਵੀ ਓਨਾ ਹੀ ਸਮਾਂ ਹੋ ਚੁੱਕਾ, ਉਹਨੂੰ ਵੀ 36 ਸਾਲ ਬੀਤ ਚੁੱਕੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇੰਦਰਾ ਗਾਂਧੀ ਨੂੰ ਯਾਦ ਕਰਨ ਦੇ ਕਿਹੜੇ ਕਾਰਨ ਹੋ ਸਕਦੇ ਨੇ ਪੀੜਤਾਂ ਕੋਲ ਤੇ ਆਮ ਲੋਕਾਂ ਕੋਲ ਤੇ ਕਾਂਗਰਸ ਕੋਲ? ਸੁਨੀਲ ਜਾਖੜ ਦੀ ਗੱਲ ਮੈਂ ਫੇਰ ਛੇੜਦਾ ਜੀ। ਸੁਨੀਲ ਜਾਖੜ ਲਿਖਦੇ ਨੇ ਕਿ ਪੰਜਾਬ ਸਰਕਾਰ ਨੇ ਭਾਰਤ ਦੀ ਆਇਰਨ ਲੇਡੀ ਨੂੰ ਭੁਲਾ ਦਿੱਤਾ ਜੀ। ਨਾਲ ਦੀ ਨਾਲ ਉਹ ਲਿਖਦੇ ਨੇ ਕਿ ਕੀ ਇਸ ਗੱਲ ਦਾ ਅਸਰ ਤਾਂ ਨਹੀਂ ਕਿ ਜਿਹੜਾ ਵਿਵਾਦ ਖੜਾ ਹੋਇਆ ਹੈ ਦਿੱਲੀ ਦੇ ਵਿੱਚ ਕਿ ਜਗਦੀਸ਼ ਟਾਈਟਲਰ ਨੂੰ ਦੁਬਾਰਾ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਨੇ ਕਾਰਜਕਾਰਨੀ ਦੇ ਵਿੱਚ ਸ਼ਾਮਲ ਕਰ ਲਿਆ ਜੀ। ਦੇਖੋ, ਸਵਾਲ ਦਾ ਜਵਾਬ ਵੀ ਆਪ ਹੀ ਦੇ ਰਹੇ ਨੇ। ਪੰਜਾਬ ਸਰਕਾਰ ਹੋ ਸਕਦਾ ਹੈ ਕਿ ਇਸ ਗੱਲ ਨੂੰ ਨਿਊਟਰਲਾਈਜ਼ ਕਰਨ ਦੇ ਚੱਕਰ ਵਿੱਚ ਹੋਵੇ ਜੀ, ਪਰ ਇਸ ਤਰ੍ਹਾਂ ਮੈਨੂੰ ਲੱਗਦਾ ਨਹੀਂ ਕਿ ਹਾਈ ਕਮਾਨ ਇਸ ਗੱਲ ਦਾ ਨੋਟਿਸ ਜ਼ਰੂਰ ਲਏਗੀ ਜੀ। ਹਾਈ ਕਮਾਨ ਕੌਣ ਹੈ? ਹਾਈ ਕਮਾਨ ਤਾਂ ਸਾਰਿਆਂ ਨੂੰ ਪਤਾ ਹੈ ਕਿ ਇੰਦਰਾ ਗਾਂਧੀ ਦੇ ਵਾਰਸ ਜਿਹੜੇ ਨੇ ਉਹੀ ਹਾਈ ਕਮਾਨ ਹੈ। ਬਿਲਕੁਲ। ਤੇ ਉਹ ਕਦੇ ਚਾਹਣਗੇ ਕਿ ਉਸ ਗੱਲ ਤੇ ਮਿੱਟੀ ਪਾਉਣ ਖਾਤਰ ਜਾਂ ਉਸ ਗੱਲ ਨੂੰ ਦਬਾਉਣ ਖਾਤਰ ਜਿਹੜਾ ਹੈ ਪੰਜਾਬ ਵਿੱਚ ਇੰਦਰਾ ਗਾਂਧੀ ਨੂੰ ਨਾ ਯਾਦ ਕੀਤਾ ਜਾਵੇ, ਅਖਬਾਰਾਂ ਵਿੱਚ ਇਸ਼ਤਿਹਾਰ ਨਾ ਆਵੇ ਪੰਜਾਬ ਸਰਕਾਰ ਦਾ? ਮੈਨੂੰ ਲੱਗਦਾ ਨਹੀਂ। ਇਸ ਨੂੰ ਇੱਕ ਭੁੱਲ ਹੀ ਆਖ ਸਕਦੇ ਆ ਪੰਜਾਬ ਸਰਕਾਰ ਦੀ। ਗਿਣਿਆ ਮਿੱਥੇ ਤਰੀਕੇ ਨਾਲ ਇਸ ਨੂੰ ਨਹੀਂ ਹੋ ਸਕਦਾ। ਹੁਣ ਅਸੀਂ ਉਧਰ ਚੱਲਦੇ ਹਾਂ। ਹੁਣ ਆਇਰਨ ਲੇਡੀ ਜਿਸ ਨੂੰ ਆਖ ਰਹੇ ਨੇ ਸੁਨੀਲ ਜਾਖੜ, ਠੀਕ ਹੈ, ਪ੍ਰਧਾਨ ਮੰਤਰੀ ਦੇ ਤੌਰ ਤੇ ਕਾਰਜਕਾਲ ਦੇ ਵਿੱਚ ਉਹਨਾਂ ਦੇ ਪ੍ਰਾਪਤੀਆਂ ਕੋਈ ਹੋ ਸਕਦੀਆਂ ਨੇ। ਕਾਂਗਰਸ ਪਾਰਟੀ ਦਾ ਆਪਣਾ ਵਿਊ ਪੁਆਇੰਟ ਹੈ, ਮਾਹਿਰਾਂ ਦਾ ਆਪਣਾ ਵਿਊ ਪੁਆਇੰਟ ਹੈ। ਜਿਹੜੀਆਂ ਕੁਝ ਗੱਲਾਂ ਨੇ ਉਹਨਾਂ ਦੇ ਜਵਾਬ ਜਿਹੜੇ ਨੇ, ਸਵਾਲ ਜਿਹੜੇ ਨੇ ਅੱਜ ਵੀ ਖੜੇ ਨੇ। ਬਿਲਕੁਲ। ਉਹਨਾਂ ਦੁਆਰਾ ਲਗਾਈ ਗਈ ਐਮਰਜੈਂਸੀ ਦਾ ਜਵਾਬ ਕਾਂਗਰਸ ਪਾਰਟੀ ਅੱਜ ਤੱਕ ਦੇ ਨਹੀਂ ਸਕੀ। ਇਸ ਨੂੰ ਭਾਰਤ ਦੇ ਲੋਕਤੰਤਰ ਦੇ ਸਭ ਤੋਂ ਕਾਲੇ ਦਿਨਾਂ ਵਜੋਂ ਅੱਜ ਵੀ ਯਾਦ ਕੀਤਾ ਜਾਂਦਾ ਹੈ ਜੀ। ਉਹਨਾਂ ਤੇ ਫਰਾਡ ਨਾਲ ਚੋਣ ਜਿੱਤਣ ਦਾ ਇਲਜ਼ਾਮ ਲੱਗਾ ਤੇ ਇੱਕ ਅਦਾਲਤ ਦੁਆਰਾ ਉਹਨਾਂ ਨੂੰ ਸਜ਼ਾ ਵੀ ਸੁਣਾਈ ਗਈ ਇੰਦਰਾ ਗਾਂਧੀ ਨੂੰ, ਤੇ ਫਿਰ ਉਹਨਾਂ ਦੁਆਰਾ ਕੋਰਟ ਦੇ ਆਦੇਸ਼ਾਂ ਨੂੰ ਨਾ ਮੰਨਣ ਦੀ ਜਿਹੜੀ ਗੱਲ ਸੀ ਉਹਦੀ ਵੀ ਗੱਲ ਜਿਹੜੀ ਹੈ ਚਰਚਾ ਵਿੱਚ ਆਉਂਦੀ ਹੈ। ਕ੍ਰਿਟਿਸਿਜ਼ਮ ਦੇ 100 ਪੁਆਇੰਟ ਨੇ। ਜੇ ਮੈਂ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਲੱਗਾ ਤੇ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ ਜੀ। ਪਰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ, ਉਹਨਾਂ ਦੇ ਕਤਲ ਤੋਂ ਬਾਅਦ ਜੋ ਹੋਇਆ ਤੇ ਉਸ ਨੂੰ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਨੇ ਹੈਂਡਲ ਕੀਤਾ, ਅੱਜ ਤੱਕ ਮੈਂ ਕਹਿ ਸਕਦਾ ਪਿਛਲੇ 2-4 ਸਾਲਾਂ ਦੇ ਵਿੱਚ ਕਾਫੀ ਪੈਂਤੜਾ ਬਦਲਿਆ ਕਾਂਗਰਸ ਸਰਕਾਰ ਨੇ ਜੀ। ਪਰ ਦੁਬਾਰਾ ਜਗਦੀਸ਼ ਟਾਈਟਲਰ ਤੋਂ ਬਿਨਾਂ ਇਹ ਦਰਸਾ ਦਿੱਤਾ ਕਿ ਜਗਦੀਸ਼ ਟਾਈਟਲਰ ਤੋਂ ਬਿਨਾਂ ਸਾਡਾ ਕੰਮ ਚੱਲਦਾ ਨਹੀਂ ਤੇ ਸਾਨੂੰ ਉਹ ਬੰਦੇ ਦੀ ਲੋੜ ਹੀ ਲੋੜ ਹੈ। ਇੱਕ ਪਾਸੇ ਤੇ ਦੋਸ਼ੀ ਹੈ, ਕੇਸ ਭੁਗਤ ਰਿਹਾ ਹੈ, ਇੱਕ ਨੂੰ ਸਜ਼ਾ ਹੋ ਚੁੱਕੀ ਹੈ, ਉਹਦੇ ਨਾਲ ਦਾ ਹੀ ਸਾਥੀ ਇਹੋ ਹੈ ਜੀ। ਉਹਨੂੰ ਫੇਰ ਸ਼ਾਮਲ ਕਰ ਲੈਣਾ ਕਾਂਗਰਸ ਦੀ ਬੌਧਿਕ ਮੰਦਹਾਲੀ ਨੂੰ ਦਰਸਾਉਂਦਾ ਹੈ।
ਜੀ। ਕਿ ਉਹਨਾਂ ਨੇ ਇਸ ਮਸਲੇ ਨੂੰ ਕਿੰਨਾ ਕੁ ਗੰਭੀਰਤਾ ਨਾਲ ਲਿਆ। ਹੂੰ। ਉਹ ਵਿਡੋ ਕਲੋਨੀ ਹੈ, ਉਹ ਇਲਾਕੇ ਨੇ ਜਿੱਥੇ ਅੱਜ ਵੀ ਉਹ ਪਰਿਵਾਰ ਰਹਿ ਰਹੇ ਨੇ, ਜਿਨ੍ਹਾਂ ਦੇ ਸਾਹਮਣੇ ਸਾਰਾ ਕੁਝ ਉਜੜ ਗਿਆ, ਉਸ ਦੀਆਂ ਚੀਸਾਂ ਬਰਕਰਾਰ ਨੇ, ਜ਼ਖਮ ਬਰਕਰਾਰ ਨੇ। ਇਹ ਜ਼ਖਮਾਂ ਤੇ ਲੂਣ ਫੂਕਣ ਦਾ ਕੰਮ ਕਾਂਗਰਸ ਕਿਉਂ ਨਹੀਂ ਬਾਰ-ਬਾਰ ਬੰਦ ਕਰਦੀ? ਜੀ। ਹੁਣ ਇਸ ਗੱਲ ਦਾ ਜਵਾਬ ਕੀ ਇਹ ਦੇਣਾ ਵਾਜਬ ਸਮਝਣਗੇ? ਜੀ। ਜਗਦੀਸ਼ ਟਾਇਲਰ ਦੇ ਮੁੱਦੇ ਤੇ ਇੱਕ ਦੋ ਦਿਨ ਰੌਲਾ ਪਿਆ, ਹੁਣ ਚੁੱਪ ਹੋ ਗਿਆ। ਮਸਲੇ ਤੇ ਅੱਗੇ ਹੀ ਬਹੁਤ ਖੜੇ ਨੇ। ਪੰਜਾਬ ਦੇ ਨਾਲ ਇਸ ਤਰ੍ਹਾਂ ਦਾ ਇੱਕ ਸਲੂਕ ਜਿਹੜਾ ਹੈ ਜੀ, ਉਹ ਸਿੱਖਾਂ ਨਾਲ ਖਾਸ ਤੌਰ ਤੇ ਜੋ ਕਾਂਗਰਸ ਪਾਰਟੀ ਵੱਲੋਂ ਉਸ ਸਮੇਂ ਤੋਂ ਕੀਤਾ ਗਿਆ, ਇੱਕ ਚੰਗਾ ਮੌਕਾ ਹੈ ਕਿ ਜੇ ਉਹ ਕੋਈ ਇਸ ਪ੍ਰਤੀ ਕੋਈ ਠੋਸ ਫੈਸਲਾ ਲੈਣ। ਜੀ। ਪਰ ਲੱਗਦਾ ਨਹੀਂ ਕਿ ਉਹਨਾਂ ਨੇ ਆਪਣਾ ਰਵੱਈਆ ਬਦਲਿਆ। ਜੀ। ਔਰ ਸੁਨੀਲ ਜਾਖੜ ਅੱਜ ਵੀ ਇਸ ਦੇ ਵਿੱਚੋਂ ਕੁਝ ਲੱਭ ਰਹੇ ਨੇ ਤੇ ਹਾਈ ਕਮਾਨ ਨੂੰ ਚੇਤੇ ਕਰਵਾ ਨੇ ਕਿ ਦੇਖੋ, ਪੰਜਾਬ ਕਾਂਗਰਸ ਵਾਲਿਆਂ ਨੇ ਇੰਦਰਾ ਨੂੰ ਯਾਦ ਨਹੀਂ ਕੀਤਾ। ਜੀ। ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ। ਔਰ ਅਸਲ ਦੁੱਖ ਜਿਹੜਾ ਹੈ ਉਹ 84 ਦੇ ਪੀੜਤਾਂ ਦਾ ਹੈ। ਦਿੱਲੀ ਨਹੀਂ, ਹੋਰ ਸ਼ਹਿਰਾਂ ਦੇ ਵਿੱਚ ਹੋਂਦ ਝਿੱਲੜ ਵਰਗਾ ਪਿੰਡ ਜਿਹੜਾ ਹੈ ਹਰਿਆਣੇ ਦੇ ਵਿੱਚ ਪੂਰੇ ਦਾ ਪੂਰਾ ਖਤਮ ਕਰ ਦਿੱਤਾ ਗਿਆ ਸਿੱਖਾਂ ਦਾ। ਕਿਸੇ ਨੂੰ ਅੱਜ ਤੱਕ ਵੱਡੀ ਸਜ਼ਾ ਨਹੀਂ ਹੋ ਸਕੀ। ਇੰਨਾ ਵੱਡਾ ਕਤਲੇਆਮ ਦੇਸ਼ ਦੀ ਰਾਜਧਾਨੀ ਦੇ ਵਿੱਚ ਹੋਇਆ ਹੋਵੇ ਤੇ ਉਸ ਦਾ ਕੋਈ ਇਸ ਤਰ੍ਹਾਂ ਦਾ ਕੋਈ ਠੋਸ ਜਿਹੜਾ ਸੀ ਕੋਈ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਹੋਵੇ, ਇਹ ਗੱਲ ਗਲੇ ਚੋਂ ਅੱਜ ਵੀ ਉਤਰਦੀ ਨਹੀਂ। ਜੀ ਕੁਲਦੀਪ ਜੀ, 84 ਦੇ ਜਿਹੜੇ ਜ਼ਖਮ ਹੈ ਉਹ ਤਾਂ ਉਹਨਾਂ ਪੀੜਤਾਂ ਤੇ ਜਿਨ੍ਹਾਂ ਨੇ ਆਪਣੇ ਸਰੀਰ ਤੇ ਹੰਡਾਏ ਨੇ, ਕਦੋਂ ਉਹ ਭੁੱਲਣਗੇ ਜਾਂ ਕਦੋਂ ਉਹ ਜ਼ਖਮ ਭਰਨਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਵਿਚਾਰ ਚਰਚਾ। ਨਵੇਂ ਮੁੱਦਿਆਂ ਤੇ ਨਵੀਂ ਚਰਚਾ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।